ਸਾਦਤ ਹਸਨ ਮੰਟੋ ਦਾ ਨਾਵਲ ਬਗੈਰ ਉਨਵਾਨ ਦੇ 7ਵਾਂ ਭਾਗ। ਅੰਮ੍ਰਿਤਸਰ ਤੋਂ ਲਾਹੌਰ 'ਚ ਸਿਰਫ 30-32 ਮੀਲ ਦਾ ਫਾਸਲਾ ਹੈ। 1 ਘੰਟੇ 'ਚ ਹੌਲੀ ਤੋਂ ਹੌਲੀ ਰਫ਼ਤਾਰ ਵਾਲੀ ਟ੍ਰੇਨ ਵੀ ਤੁਹਾਨੂੰ ਅੰਮ੍ਰਿਤਸਰ ਤੋਂ ਲਾਹੌਰ ਪਹੁੰਚਾ ਦਿੰਦੀ ਹੈ। ਪਰ ਜਦੋਂ ਸਈਦ ਅੰਮ੍ਰਿਤਸਰ ਛੱਡ ਕੇ ਲਾਹੌਰ ਪੁੱਜਿਆ ਤੁਹਾਨੂੰ ਇੰਝ ਮਹਿਸੂਸ ਹੋਇਆ ਜਿਵੇਂ ਉਹ ਹਜ਼ਾਰਾਂ ਮੀਲ ਆਪਣੇ ਪਿੱਛੇ ਛੱਡ ਆਇਆ ਹੋਵੇ ਅਤੇ ਹੁਣ ਉਹਨੂੰ ਰਾਜੋ ਦਾ ਡਰ ਵੀ ਨਾ ਰਿਹਾ। ਮਾਂ ਨੇ ਉਹਨੂੰ ਰੋਕਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਫੈਸਲੇ ਤੋਂ ਨਾ ਟਲਿਆ ਅਤੇ ਹਸਪਤਾਲ ਤੋਂ ਘਰ ਵਾਪਸ ਆਉਣ ਦੇ ਚੌਥੇ ਦਿਨ ਆਪਣਾ ਛੋਟਾ-ਮੋਟਾ ਸਮਾਨ ਲੈ ਕੇ ਤੁਰ ਪਿਆ। ਲਾਹੌਰ 'ਚ ਉਹਦੇ 3-4 ਰਿਸ਼ਤੇਦਾਰ ਸਨ। ਉਹਨਾਂ ਨੂੰ ਮਿਲਿਆ ਪਰ ਉਹਨਾਂ ਦੇ ਘਰ ਠਹਿਰਿਆ ਨਹੀਂ। ਉਹ ਰਿਸ਼ਤੇਦਾਰ ਵੀ ਉਹਦੀ ਕੋਈ ਪਰਵਾਹ ਨਹੀਂ ਸੀ ਕਰਦੇ। ਸਈਦ ਉਹਨਾਂ ਦੇ ਇਸ ਵਤੀਰੇ ਤੋਂ ਬੜਾ ਖੁਸ਼ ਸੀ। ਮਹਿਮਾਨਾਂ ਵਾਂਗ ਕੁਝ ਘੰਟਿਆਂ ਲਈ ਹਰੇਕ ਕੋਲ ਠਹਿਰਿਆ ਅਤੇ ਰਸਮੀ ਗੱਲਬਾਤ ਮਗਰੋਂ ਆਪਣੇ ਹੋਟਲ 'ਚ ਆ ਗਿਆ। ਉਸ ਹੋਟਲ 'ਚ ਉਹਦਾ ਜੀ 1 ਹਫ਼ਤੇ ਦੇ ਬਾਅਦ ਹੀ ਅੱਕ ਗਿਆ। ਉਂਝ ਕਿਰਾਇਆ ਵੀ ਜ਼ਿਆਦਾ ਸੀ ਅਤੇ ਉਹ ਉਹਨਾਂ ਆਦਮੀਆਂ 'ਚ ਘਿਰਿਆ ਹੋਇਆ ਨਹੀਂ ਸੀ ਰਹਿਣਾ ਚਾਹੁੰਦਾ ਜਿਹੜੇ ਹਿੰਦੁਸਤਾਨ 'ਚ ਪੈਦਾ ਹੋ ਕੇ ਯੂਰਪੀਅਨ ਬਣਨ ਦੀ ਕੋਸ਼ਿਸ਼ ਕਰਦੇ ਨੇ। ਇਸ ਲਈ ਉਹਨੇ ਮਾਲ ਰੋਡ 'ਤੇ ਆਪਣੇ ਲਈ ਇੱਕ ਛੋਟਾ ਜਿਹਾ ਕਮਰਾ ਦੇਖ ਲਿਆ ਅਤੇ ਕਿਰਾਇਆ ਤੈਅ ਕਰਕੇ ਉਸ 'ਚ ਜਾਣ ਦਾ ਫੈਸਲਾ ਕਰ ਲਿਆ। ਹੋਟਲ ਦੇ ਬਿੱਲ ਵਗੈਰਾ ਅਦਾ ਕਰਕੇ ਉਹ ਟਾਂਗੇ 'ਚ ਸਮਾਨ ਰਖਵਾ ਰਿਹਾ ਸੀ ਕਿ ਉਹਨੇ ਇੱਕ ਹੋਰ ਟਾਂਗੇ 'ਚੋਂ ਮਿਸ ਫਰੀਆ ਨੂੰ ਉਤਰਦਿਆਂ ਵੇਖਿਆ। ਪਹਿਲਾਂ ਉਹਨੇ ਸੋਚਿਆ ਕਿ ਫਰੀਆ ਨਹੀਂ ਕੋਈ ਹੋਰ ਹੋਏਗੀ ਕਿਉਂਕਿ ਐਂਗਲੋ ਇੰਡੀਅਨ ਕੁੜੀਆਂ ਦੀ ਸ਼ਕਲੋ ਸੂਰਤ ਆਮ ਤੌਰ 'ਤੇ ਇੱਕੋ ਜਿਹੀ ਹੁੰਦੀ ਹੈ। ਪਰ ਜਦੋਂ ਫਰੀਆ ਉਹਨੂੰ ਵੇਖ ਕੇ ਬੇਤਾਬੀ ਨਾਲ ਅੱਗੇ ਵਧੀ ਤਾਂ ਉਹਨੂੰ ਯਕੀਨ ਹੋ ਗਿਆ ਕਿ ਸੱਚਮੁੱਚ ਫਰੀਆ ਹੈ। ਉਹਦੇ ਦਿਮਾਗ 'ਚ ਸੈਂਕੜੇ ਸਵਾਲ ਪੈਦਾ ਹੋ ਗਏ। ਲਾਹੌਰ 'ਚ ਕੀ ਕਰਨ ਆਈ ਹੈ ਅਤੇ ਕਦੋਂ ਆਈ? ਕੀ ਇਕੱਲੀ ਹੈ? ਇਸ ਹੋਟਲ 'ਚ ਉਹਦਾ ਕੌਣ ਹੈ? ਇਸੇ ਹੋਟਲ 'ਚ ਹੀ ਠਹਿਰੀ ਹੈ ਵਗੈਰਾ ਵਗੈਰਾ। ਸਈਦ ਹੋਟਲ ਦੇ ਨੌਕਰ ਦੀ ਹਥੇਲੀ 'ਚ ਕੁਝ ਰੁਪਏ ਦਬਾ ਕੇ ਫਰੀਆ ਵੱਲ ਵਧਿਆ ਅਤੇ ਉਹਨੂੰ ਬੜੀ ਗਰਮ ਜੋਸ਼ੀ ਨਾਲ ਮਿਲਿਆ। ਮਿਸ ਫਰੀਆ, ਕਿਹਨੂੰ ਪਤਾ ਸੀ ਕਿ ਇੱਥੇ ਲਾਹੌਰ 'ਚ ਤੇਰੇ ਨਾਲ ਮੁਲਾਕਾਤ ਹੋਏਗੀ? ਤੂੰ ਇੱਥੇ ਕਦੋਂ ਆਈ? ਉਹਨੇ ਹੋਰ ਬਹੁਤ ਸਾਰੇ ਸਵਾਲ ਫਰੀਆ ਨੂੰ ਕੀਤੇ ਪਰ ਉਹਨੇ ਇੱਕ ਦਾ ਵੀ ਜਵਾਬ ਨਾ ਦਿੱਤਾ। ਉਹ ਬੜੀ ਬੇਚੈਨ ਸੀ, ਇਸ ਕਦਰ ਬੇਚੈਨ ਸੀ ਕਿ ਚਿਹਰੇ 'ਤੇ ਇੱਕ ਨਾ ਜ਼ਿਕਰਯੋਗ ਸਕੂਨ ਪੈਦਾ ਹੋ ਗਿਆ ਸੀ। ਇੰਝ ਜਾਪਦਾ ਸੀ ਜਿਵੇਂ ਉਹ ਇੱਕਦਮ ਕਿਸੇ ਸਦਮੇ ਨਾਲ 2-4 ਹੋਈ ਹੋਵੇ। ਉਹਦਾ ਰੰਗ ਬਹੁਤ ਪੀਲਾ ਸੀ ਅਤੇ ਉਹਦੇ ਹੋਠਾਂ 'ਤੇ ਸੁਰਖੀ ਦੇ ਲੇਪ ਦੇ ਬਾਵਜੂਦ ਪਪੜੀਆਂ ਨਜ਼ਰ ਆ ਰਹੀਆਂ ਸਨ। ਇੱਧਰ ਉੱਧਰ ਦੇਖ ਕੇ ਫਰੀਆ ਨੇ ਉਹਨੂੰ ਕਿਹਾ, ਮੈਂ ਤੁਹਾਡੇ ਨਾਲ ਬੜੀਆਂ ਗੱਲਾਂ ਕਰਨੀਆਂ ਨੇ। ਇਹ ਕਹਿੰਦਿਆਂ ਉਹ ਟਾਂਗੇ ਦੇ ਵੱਲ ਦੇਖਿਆ ਜਿਸ 'ਚ ਸਮਾਨ ਲੱਦਿਆ ਸੀ। ਪਰ ਤੁਸੀਂ ਹੁਣੇ ਆਏ ਹੋ ਜਾਂ ਕਿਧਰੇ ਜਾ ਰਹੇ ਹੋ? ਮੈਨੂੰ ਇੱਥੇ ਆਇਆ ਪੂਰੇ 7 ਦਿਨ ਹੋ ਗਏ ਨੇ। ਹੁਣ ਮੈਂ ਇਹ ਹੋਟਲ ਛੱਡ ਰਿਹਾ। ਇਹ 'ਤੇ ਫਰੀਆ ਦਾ ਰੰਗ ਹੋਰ ਵੀ ਪੀਲਾ ਪੈ ਗਿਆ। ਹੁਣ ਤੁਸੀਂ ਘਰ ਜਾ ਰਹੇ ਹੋ? ਨਹੀਂ, ਘਰ ਤਾਂ ਮੈਂ 2-2.5 ਮਹੀਨੇ ਬਾਅਦ ਜਾਵਾਂਗਾ। ਇਹ ਹੋਟਲ ਦਾ ਸਿਲਸਿਲਾ ਮੈਨੂੰ ਪਸੰਦ ਨਹੀਂ, ਇਸ ਲਈ ਮੈਂ ਆਪਣੇ ਲਈ ਇੱਕ ਵੱਖਰੇ ਕਮਰੇ ਦਾ ਇੰਤਜ਼ਾਮ ਕਰ ਲਿਆ। ਤਾਂ ਚਲੋ ਮੈਨੂੰ ਉੱਥੇ ਨਾਲ ਲੈ ਚਲੋ। ਇਹ ਆਖ ਕੇ ਉਹ ਕੁਝ ਝੇਂਪ ਜੀ ਗਈ। ਤੁਹਾਨੂੰ ਜੇਕਰ ਤਕਲੀਫ ਨਾ ਹੋਏ ਤਾਂ ਯਾਨੀ ਗੱਲ ਇਹ ਹੈ ਕਿ ਮੈਂ ਤੁਹਾਨੂੰ ਕੁਝ ਆਖਣਾ ਹੈ ਅਤੇ ਇੱਥੇ ਹੋਟਲ ਦੇ ਸਾਹਮਣੇ ਕੁਝ ਮਿੰਟਾਂ 'ਚ ਤੁਹਾਨੂੰ ਕੁਝ ਆਖ ਨਹੀਂ ਸਕਦੀ। ਸਈਦ ਨੇ ਫਰੀਆ ਵੱਲ ਦੇਖਿਆ ਤਾਂ ਉਹਦੀਆਂ ਮੋਟੀਆਂ-ਮੋਟੀਆਂ ਅੱਖਾਂ 'ਚ ਉਹਨੂੰ ਹੰਝੂ ਨਜ਼ਰ ਆਏ। ਨਹੀਂ, ਤਕਲੀਫ ਦੀ ਕਿਹੜੀ ਗੱਲ ਹੈ? ਮੈਂ ਤਾਂ ਇਹ ਸੋਚ ਰਿਹਾ ਕਿ ਤੈਨੂੰ ਇੱਥੇ ਤਕਲੀਫ ਹੋਏਗੀ ਇਸ ਲਈ ਕਿ ਉੱਥੇ ਸਮਾਨ ਕੁਝ ਵੀ ਨਹੀਂ, ਖਾਲੀ ਕਮਰਾ ਹੈ। ਹਾਲੇ ਤੱਕ ਮੈਂ ਫਰਨੀਚਰ ਨਹੀਂ ਲਿਆ ਸਕਿਆ। ਖੈਰ ਦੇਖੀ ਜਾਏਗੀ। ਚੱਲ ਆ। ਕਿਰਾਇਆ ਚੁਕਤਾ ਕਰਕੇ ਹੋਟਲ ਦੇ ਛੋਕਰਿਆਂ ਨੂੰ ਇਨਾਮ ਦੇ ਦਵਾ ਕੇ ਦੋਵੇਂ ਮਾਲ ਰੋਡ ਵੱਲ ਰਵਾਨਾ ਹੋਏ। ਰਸਤੇ 'ਚ ਕੋਈ ਗੱਲ ਨਾ ਹੋਈ ਕਿਉਂਕਿ ਦੋਵੇਂ ਜਣੇ ਖਿਆਲਾਂ 'ਚ ਡੁੱਬੇ ਸੀ। ਇੱਥੋਂ ਤੱਕ ਕਿ ਉਹ ਬਿਲਡਿੰਗ ਆ ਗਈ ਜਿੱਥੇ ਦੂਜੀ ਮੰਜ਼ਿਲ 'ਤੇ ਉਹਨੇ ਆਪਣੇ ਲਈ ਕਮਰਾ ਕਿਰਾਏ 'ਤੇ ਲਿਆ ਸੀ। ਸਮਾਨ ਵਗੈਰਾ ਰਖਵਾ ਕੇ ਜਦੋਂ ਸਈਦ ਨੇ ਫਰੀਆ ਵੱਲ ਵੇਖਿਆ ਤਾਂ ਉਹ ਲੋਹੇ ਦੀ ਮੰਜੀ 'ਤੇ ਬੈਠੀ ਆਪਣੇ ਹੰਝੂ ਪੂੰਝ ਰਹੀ ਸੀ। ਬੂਹਾ ਭੇੜ ਕੇ ਉਹਦੇ ਕੋਲ ਆਇਆ ਅਤੇ ਹਮਦਰਦੀ ਭਰੇ ਲਹਿਜੇ 'ਚ ਉਸ ਤੋਂ ਪੁੱਛਿਆ, ਮਿਸ ਫਰੀਆ, ਕੀ ਗੱਲ ਏ? ਤੇਰੀਆਂ ਅੱਖਾਂ ਤਾਂ ਕਦੇ ਰੋਣ ਵਾਲੀਆਂ ਨਹੀਂ ਸੀ। ਇਹ ਸੁਣ ਕੇ ਫਰੀਆ ਨੇ ਜ਼ੋਰ ਨਾਲ ਰੋਣਾ ਸ਼ੁਰੂ ਕੀਤਾ ਜਿਸ 'ਤੇ ਸਈਦ ਬਹੁਤ ਹੀ ਪਰੇਸ਼ਾਨ ਹੋਇਆ। ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਇਸ ਲੜਕੀ ਨੂੰ ਕਿੰਝ ਹੌਸਲਾ ਦੇਵੇ। ਇਹ ਪਹਿਲਾ ਮੌਕਾ ਸੀ ਕਿ ਕੋਈ ਮੁਟਿਆਰ ਉਹਦੇ ਕੋਲ ਬੈਠੀ ਸੀ ਅਤੇ ਰੋ ਰਹੀ ਸੀ। ਉਹਦਾ ਦਿਲ ਬੜਾ ਨਰਮ ਸੀ ਇਸ ਲਈ ਫਰੀਆ ਦੇ ਰੋਣ ਨਾਲ ਉਹਨੂੰ ਬੜਾ ਦੁੱਖ ਹੋਇਆ। ਘਬਰਾ ਕੇ ਉਹਨੇ ਆਖਿਆ, ਮਿਸ ਫਰੀਆ, ਤੂੰ ਦੱਸ ਤਾਂ ਸਹੀ, ਸ਼ਾਇਦ ਮੈਂ ਤੇਰੀ ਮਦਦ ਕਰ ਸਕਾਂ। ਫਰੀਆ ਮੰਜੀ ਤੋਂ ਉੱਠ ਕੇ ਖੜੀ ਹੋ ਗਈ ਅਤੇ ਖਿੜਕੀ ਖੋਲ੍ਹ ਕੇ ਉਹਨੇ ਬਾਹਰ ਬਾਜ਼ਾਰ ਵੱਲ ਵੇਖਣਾ ਸ਼ੁਰੂ ਕੀਤਾ। ਫਿਰ ਥੋੜ੍ਹੀ ਦੇਰ ਮਗਰੋਂ ਉਹਨੇ ਆਖਿਆ, ਮੈਂ ਇਸੇ ਲਈ ਤਾਂ ਤੁਹਾਡੇ ਨਾਲ ਆਈ ਹਾਂ। ਜੇਕਰ ਤੁਹਾਡੇ ਨਾਲ ਮੇਰੀ ਇਤਫਾਕੀਆ ਤੌਰ 'ਤੇ ਮੁਲਾਕਾਤ ਨਾ ਹੁੰਦੀ ਤਾਂ ਪਤਾ ਨਹੀਂ ਹੁਣ ਤੱਕ ਮੈਂ ਸੱਚਮੁੱਚ ਜ਼ਹਿਰ ਖਾ ਕੇ ਮਰ ਜਾਂਦੀ। ਮੇਰੇ ਨਾਲ ਬੜਾ ਜ਼ੁਲਮ ਹੋਇਆ। ਤੁਹਾਨੂੰ ਯਾਦ ਹੋਏਗਾ ਸਾੜੀ ਮਿਲਣ 'ਤੇ ਮੈਂ ਤੁਹਾਨੂੰ ਸ਼ੁਕਰੀਏ ਦਾ ਖੱਤ ਲਿਖਿਆ ਸੀ। ਤੁਹਾਨੂੰ ਦਰਖਾਸਤ ਕੀਤੀ ਸੀ ਕਿ ਤੁਸੀਂ ਮੈਨੂੰ ਜ਼ਰੂਰ ਮਿਲੋ, ਪਰ ਚੰਗਾ ਹੋਇਆ ਤੁਸੀਂ ਨਾ ਆਏ, ਨਹੀਂ ਤਾਂ ਉਹ ਮੇਰੀ ਪਹਿਲੀ ਖੁਸ਼ੀ ਦੇਖ ਕੇ ਤੁਹਾਨੂੰ ਬੜੀ ਹੈਰਾਨੀ ਹੁੰਦੀ। ਮੇਰੀ ਜ਼ਿੰਦਗੀ 'ਚ ਇੱਕ ਇਨਕਲਾਬ ਕੀ ਆਇਆ ਜਿਵੇਂ ਭੁਚਾਲ ਆ ਗਿਆ ਜਿਹਦੀ ਖਬਰ ਹੀ ਨਹੀਂ ਹੁੰਦੀ। ਮੈਨੂੰ ਪਤਾ ਨਹੀਂ ਸੀ ਕਿ ਖੂਬਸੂਰਤ ਮਰਦ ਧੋਖੇਬਾਜ਼ ਵੀ ਹੋ ਸਕਦੇ ਨੇ।
ਮੈਨੂੰ ਉਹਦੇ ਨਾਲ ਮੁਹੱਬਤ ਹੋ ਗਈ। ਉਹਨੇ ਵੀ ਮੇਰੇ ਅੱਗੇ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ। ਉਹ ਇੰਨੀਆਂ ਚੰਗੀਆਂ ਗੱਲਾਂ ਕਰਦਾ ਸੀ ਕਿ ਉਹਨਾਂ ਨੂੰ ਸੁਣ ਕੇ ਮੇਰੇ ਦਿਲ ਦਾ ਮੋਰ ਨੱਚਦਾ ਤੇ ਨੱਚਦੇ ਰਹਿਣ ਦੀ ਖਾਹਿਸ਼ ਪੈਦਾ ਹੁੰਦੀ ਸੀ। ਪਰ ਇਹ ਸਭ ਸੁਪਨਾ ਸੀ। ਉਹਨੇ ਮੈਨੂੰ ਆਖਿਆ ਮੈਂ ਬਹੁਤ ਅਮੀਰ ਆਦਮੀ ਹਾਂ, ਇਸ ਲਈ ਉਹਨੇ ਮੈਨੂੰ ਇੱਕ ਬੜੀ ਕੀਮਤੀ ਡਰੈਸ ਲੈ ਦਿੱਤੀ, ਇੱਕ ਅੰਗੂਠੀ ਵੀ ਬਣਵਾ ਦਿੱਤੀ। ਉਹ ਮੇਰੇ ਨਾਲ ਛੇਤੀ ਤੋਂ ਛੇਤੀ ਸ਼ਾਦੀ ਕਰਨਾ ਚਾਹੁੰਦਾ ਸੀ। ਮੇਰੇ ਬਾਪ ਤਾਂ ਹੈ ਹੀ ਨਹੀਂ ਸੀ ਕਿ ਮੈਂ ਇਜਾਜ਼ਤ ਦੀ ਉਡੀਕ ਕਰਦੀ, ਇਸ ਲਈ ਮੈਂ ਰਾਜ਼ੀ ਹੋ ਗਈ। ਸ਼ਾਦੀ ਕਰਨ ਲਈ ਉਹ ਮੈਨੂੰ ਲਾਹੌਰ ਲੈ ਆਇਆ। ਅਸੀਂ ਦੋਵੇਂ ਇਸੇ ਹੋਟਲ 'ਚ ਰੁਕੇ ਜਿੱਥੇ ਤੁਸੀਂ ਵੀ ਕੁਝ ਦਿਨ ਰਹੇ ਹੋ। 7-8 ਦਿਨਾਂ ਤੱਕ ਉਹਨੇ ਮੈਨੂੰ ਹਰ ਤਰ੍ਹਾਂ ਨਾਲ ਖੁਸ਼ ਰੱਖਿਆ, ਪਰ ਇੱਕ ਦਿਨ ਸਵੇਰੇ ਉੱਠ ਕੇ ਮੈਂ ਦੇਖਿਆ ਕਿ ਉਹਦਾ ਸਮਾਨ ਵਗੈਰਾ ਸਭ ਗਾਇਬ ਹੈ ਤੇ ਉਹਦਾ ਕੋਈ ਅਤਾ ਪਤਾ ਨਹੀਂ। ਮੈਂ ਉਹਨੂੰ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਦਾ ਕੋਈ ਟਿਕਾਣਾ ਵੀ ਤਾਂ ਮੈਨੂੰ ਪਤਾ ਨਹੀਂ ਸੀ। ਮੈਂ ਕਿੰਨੀ ਵੱਡੀ ਭੁੱਲ ਕੀਤੀ, ਤੁਸੀਂ ਯਕੀਨ ਮੰਨੋ ਮੈਂ ਉਹਦਾ ਪੂਰਾ ਨਾਂ ਤੱਕ ਵੀ ਨਹੀਂ ਪੁੱਛਿਆ। ਖੁਦਾ ਜਾਣੇ ਉਹ ਕੌਣ ਸੀ, ਕਿੱਥੋਂ ਦਾ ਰਹਿਣ ਵਾਲਾ ਸੀ, ਕੀ ਕਰਦਾ ਸੀ। ਮੇਰੀ ਅਕਲ ਤੇ ਪੱਥਰ ਪੈ ਗਏ ਤੇ ਮੈਂ ਨਰਸਿੰਗ ਹੋਮ ਛੱਡ ਕੇ ਉਹਦੇ ਨਾਲ ਚਲੀ ਆਈ ਸ਼ਾਦੀ ਕਰਨ। ਮੈਂ ਕਿੰਨੀ ਖੁਸ਼ ਸੀ। ਸ਼ਾਦੀ ਕਰਨ ਮਗਰੋਂ ਘਰ ਬਣਾਉਣ ਤੇ ਉਹਨੂੰ ਸਜਾਉਣ ਲਈ ਮੈਂ ਮਨ ਹੀ ਮਨ ਕਿੰਨੇ ਮਨਸੂਬੇ ਬਣਾਏ ਸੀ। ਹੁਣ ਮੈਂ ਕੀ ਕਰਾਂ? ਹਸਪਤਾਲ ਕਿਵੇਂ ਵਾਪਸ ਜਾ ਸਕਦੀ ਹਾਂ? ਨਰਸਾਂ ਕੀ ਕਹਿਣਗੀਆਂ ਤੇ ਸਿਸਟਰ ਮੇਰਾ ਕਿੰਨਾ ਮਜ਼ਾਕ ਉਡਾਏਗੀ। ਮੈਂ ਮਰਨਾ ਚਾਹਿਆ, ਪਰ ਮੈਂ ਮਰਨਾ ਵੀ ਨਹੀਂ ਚਾਹੁੰਦੀ। ਮੈਨੂੰ ਜਿਉਂਦਾ ਰਹਿਣ ਦਾ ਸ਼ੌਕ ਹੈ। ਉਹ ਮੇਰੇ ਨਾਲ ਸ਼ਾਦੀ ਨਾ ਕਰਦਾ, ਮੇਰੇ ਨਾਲ ਇੰਝ ਹੀ ਰਹਿੰਦਾ। ਖੁਦਾ ਦੀ ਕਸਮ ਮੈਂ ਖੁਸ਼ ਸੀ, ਪਰ ਉਹ ਕਿੰਨਾ ਜ਼ਾਲਮ ਨਿਕਲਿਆ। ਮੈਂ ਇਹ ਨਹੀਂ ਆਖਦੀ ਕਿ ਮੈਂ ਉਹ 'ਤੇ ਕੋਈ ਅਹਿਸਾਨ, ਮੈਂ ਤਾਂ ਉਹਦਾ ਅਹਿਸਾਨ ਮੰਨਦੀ ਸੀ ਕਿ ਉਹਨੇ ਮੈਨੂੰ ਇੱਕ ਨਵੀਂ ਦੁਨੀਆ ਦਾ ਰਾਹ ਵਿਖਾਇਆ ਤੇ ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਤਾਂ ਮੈਨੂੰ ਧੋਖਾ ਦੇ ਗਿਆ। ਉਹਨੇ ਜ਼ੁਲਮ ਕੀਤਾ। ਇਹ ਜ਼ੁਲਮ ਨਹੀਂ ਤਾਂ ਹੋਰ ਕੀ ਹੈ? ਹੋਟਲ ਵਾਲੇ ਮੈਨੂੰ ਸ਼ੱਕੀ ਨਜ਼ਰਾਂ ਨਾਲ ਵੇਖਦੇ ਨੇ, ਬਹਿਰੇ ਮੇਰੇ ਵੱਲ ਇਉਂ ਦੇਖਦੇ ਨੇ ਜਿਵੇਂ ਮੈਂ ਚਿੜੀਆ ਘਰ ਦਾ ਕੋਈ ਪੰਛੀ ਹੋਵਾਂ। ਮੈਂ ਹਾਲੇ ਤੀਕਨ ਉੱਥੇ ਸਿਰਫ ਇਸ ਲਈ ਠਹਿਰੀ ਹੋਈ ਹਾਂ ਕਿ ਹੋਟਲ ਵਾਲੇ ਇਹ ਸਮਝਣ ਕਿ ਕੋਈ ਖਾਸ ਗੱਲ ਨਹੀਂ ਹੋਈ, ਪਰ ਇੰਝ ਜਾਪਦਾ ਹੈ ਕਿ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ, ਕਿਉਂਕਿ ਇੱਕ ਦਿਨ ਬੁੱਢੇ ਬਹਿਰੇ ਨੇ ਮੈਨੂੰ ਆਖਿਆ, ਮੇਮ ਸਾਹਿਬ ਉਹ ਤੁਹਾਡੇ ਸਾਹਿਬ ਹੁਣ ਨਹੀਂ ਆਉਣਗੇ, ਤੁਸੀਂ ਚਲੇ ਜਾਓ। ਮੈਂ ਸ਼ੁਕਰੀਆ ਅਦਾ ਕਰਨ ਦੀ ਥਾਂ ਉਹਨੂੰ ਗਾਲਾਂ ਕੱਢੀਆਂ। ਕੀ ਕਰਾਂ? ਮੈਂ ਚਿੜਚਿੜੀ ਹੋ ਗਈ ਸੀ, ਪਰ ਹੁਣ ਮੇਰੇ ਦਿਲ ਨੂੰ ਥੋੜ੍ਹੀ ਤਸੱਲੀ ਮਿਲੀ ਹੈ। ਤੁਹਾਨੂੰ ਵੇਖ ਕੇ ਮੈਨੂੰ ਤਾਂ ਇਉਂ ਲੱਗਦਾ ਹੈ ਕਿ ਜੋ ਕੁਝ ਹੋ ਚੁੱਕਾ ਹੈ ਉਹਦਾ ਖਿਆਲ ਮੇਰੇ ਦਿਲੋਂ ਦਿਮਾਗ ਤੋਂ ਦੂਰ ਹੋ ਜਾਏਗਾ। ਮੈਨੂੰ ਦੋਸਤ ਦੀ ਲੋੜ ਹੈ, ਪਰ ਇਹ ਮੇਰੀ ਦੂਜੀ ਬੇਵਕੂਫੀ ਹੋਏਗੀ ਜੇਕਰ ਮੈਂ ਤੁਹਾਨੂੰ ਦੋਸਤ ਸਮਝਾਂ। ਕੀ ਪਤਾ ਕਿ ਤੁਸੀਂ ਮੈਨੂੰ ਦੋਸਤ ਨਾ ਬਣਾਉਣਾ ਚਾਹੋ। ਹਸਪਤਾਲ 'ਚ ਤੁਸੀਂ ਕੁਝ ਦਿਨ ਰਹੇ, ਤੁਸੀਂ ਹਮੇਸ਼ਾ ਮੇਰੇ ਨਾਲ ਚੰਗਾ ਸਲੂਕ ਕੀਤਾ, ਇਸ ਲਈ ਮੈਂ ਸਮਝੀ ਸ਼ਾਇਦ ਤੁਸੀਂ ਮੇਰੇ ਦੋਸਤ ਬਣ ਸਕੋ। ਅੱਛਾ ਤਾਂ ਹੁਣ ਮੈਂ ਜਾਂਦੀ ਹਾਂ। ਇਹ ਸੁਣ ਕੇ ਪਤਾ ਨਹੀਂ ਸਈਦ ਨੂੰ ਹਾਸਾ ਕਿਉਂ ਆ ਗਿਆ। ਕਿੱਥੇ ਜਾਏਂਗੀ? ਬਹਿ ਜਾ। ਉਹਨੇ ਉਹਦੀ ਬਾਂਹ ਫੜ ਕੇ ਮੰਜੀ 'ਤੇ ਬਿਠਾਇਆ। ਜਦੋਂ ਬੈਠ ਗਈ, ਅਚਾਨਕ ਸਈਦ ਦੇ ਸਾਰੇ ਜਿਸਮ 'ਚ ਇਸ ਅਹਿਸਾਸ ਨਾਲ ਇੱਕ ਝੁੰਝਣੀ ਜਿਹੀ ਦੌੜ ਗਈ ਕਿ ਉਹਨੇ ਇੱਕ ਨੌਜਵਾਨ ਲੜਕੀ ਨੂੰ ਇਉਂ ਬਾਹੋਂ ਫੜ ਕੇ ਬਿਠਾਇਆ ਤੇ ਉਹਦੇ ਨਾਲ ਇਸ ਤਰ੍ਹਾਂ ਗੱਲ ਕੀਤੀ ਹੈ ਜਿਵੇਂ ਉਹ ਉਹਦਾ ਕਾਫੀ ਸਮੇਂ ਤੋਂ ਦੋਸਤ ਹੈ ਤੇ ਉਹਨੂੰ ਚੰਗੀ ਤਰ੍ਹਾਂ ਜਾਣਦਾ ਹੈ। ਇਸ ਲਈ ਇਸ ਅਹਿਸਾਸ ਨੇ ਉਹ ਜਜ਼ਬਾ ਬਿਲਕੁਲ ਸੁਆ ਦਿੱਤਾ ਜੋ ਥੋੜ੍ਹੀ ਦੇਰ ਪਹਿਲਾਂ ਫਰੀਆ ਬਾਰੇ ਉਹਦੇ ਦਿਲ 'ਚ ਪੈਦਾ ਹੋਇਆ ਸੀ। ਉਹ ਸਾਰੀਆਂ ਗੱਲਾਂ ਜੋ ਇੱਕ-ਇੱਕ ਕਰਕੇ ਉਹਦੇ ਦਿਮਾਗ ਵਿਚਲੇ ਬੀਜਾਂ 'ਚੋਂ ਨਿਕਲਣ ਵਾਲੇ ਨੰਨੇ ਪੌਦਿਆਂ ਵਾਂਗ ਉੱਭਰੀਆਂ ਸਨ, ਦਬ ਗਈਆਂ ਤੇ ਉਹ ਬੇਚੈਨ ਜਿਹਾ ਹੋ ਗਿਆ। ਉਹਦੀ ਇਸ ਬੇਚੈਨੀ ਨੂੰ ਦੇਖ ਕੇ ਫਰੀਆ ਉੱਠ ਖੜੀ ਹੋਈ ਤੇ ਆਖਣ ਲੱਗੀ, ਮੇਰਾ ਇਸ ਦੁਨੀਆ 'ਚ ਕੋਈ ਵੀ ਨਹੀਂ। ਇਹ ਮੈਨੂੰ ਅੱਜ ਪਤਾ ਲੱਗਾ ਹੈ। ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਸਮਝਦੀ ਸੀ ਸਾਰੀ ਦੁਨੀਆ ਮੇਰੀ ਏ। ਇਹ ਦੁਨੀਆ ਫੇਰ ਕਦੇ ਮੇਰੀ ਹੋਏਗੀ? ਇਸ ਸਵਾਲ ਦਾ ਜਵਾਬ ਮੈਂ ਤਾਂ ਨਹੀਂ ਦੇ ਸਕਦੀ। ਉਹ ਆਹਾਂ ਭਰਦੀ ਹੋਈ ਗੱਲਾਂ ਕਰ ਰਹੀ ਸੀ। ਮੈਂ ਹਸਪਤਾਲ ਕਦੀ ਨਹੀਂ ਜਾਵਾਂਗੀ, ਕਦੀ ਨਹੀਂ। ਲਾਹੌਰ 'ਚ ਕੁਝ ਦਿਨ ਮੈਂ ਬੜੀ ਖੁਸ਼ੀ ਨਾਲ ਗੁਜ਼ਾਰੇ ਨੇ ਤੇ ਹੁਣ ਮੇਰੇ ਗਮ ਦੇ ਦਿਨ ਵੀ ਇੱਥੇ ਬੀਤਣਗੇ। ਮੈਂ ਇੱਥੇ ਕਿਸੇ ਦੁਕਾਨ 'ਚ ਨੌਕਰੀ ਕਰ ਲਾਂਗੀ ਤੇ ਬਾਕੀ ਦੇ ਦਿਨ ਇੰਝ ਹੀ ਬੀਤ ਜਾਣਗੇ। ਇਹ ਆਖ ਕੇ ਫਰੀਆ ਫਿਰ ਦਰਵਾਜ਼ੇ ਵੱਲ ਵਧੀ, ਪਰ ਸਈਦ ਨੇ ਉਹਨੂੰ ਰੋਕ ਲਿਆ। ਮਿਸ ਫਰੀਆ, ਜੋ ਕੁਝ ਤੂੰ ਕਿਹਾ ਹੈ ਉਹਦਾ ਮੇਰੇ 'ਤੇ ਬੜਾ ਅਸਰ ਹੋਇਆ। ਜਿਸ ਬੰਦੇ ਨੇ ਵੀ ਤੈਨੂੰ ਧੋਖਾ ਦਿੱਤਾ ਬੜਾ ਹੀ ਜਲੀਲ ਆਦਮੀ ਹੈ। ਤੈਨੂੰ ਧੋਖਾ ਦੇਣਾ ਕੋਈ ਵੱਡੀ ਗੱਲ ਨਹੀਂ। ਇਸੇ ਲਈ ਤੂੰ ਇਸ ਕਾਬਲ ਨਹੀਂ ਹੈ ਕਿ ਤੇਰੇ ਨਾਲ ਫਰੇਬ ਕੀਤਾ ਜਾਏ। ਮੈਨੂੰ ਤੇਰੇ ਨਾਲ ਪੂਰੀ ਹਮਦਰਦੀ ਹੈ। ਕਾਸ਼ ਜੋ ਕੁਝ ਹੋ ਚੁੱਕਿਆ ਮੈਂ ਉਹਨੂੰ ਸੁਧਾਰ ਸਕਦਾ। ਫਿਰ ਅਚਾਨਕ ਸਈਦ ਨੇ ਇੱਕ ਨਵੇਂ ਲਹਿਜੇ ਤੇ ਅੰਦਾਜ਼ 'ਚ ਆਖਣਾ ਸ਼ੁਰੂ ਕੀਤਾ, ਫਰੀਆ ਮਾਫ਼ ਕਰੀ, ਤੂੰ ਇੱਕ ਗਲਤ ਬੰਦੇ ਦੇ ਕੋਲ ਆਈ ਹੈ। ਖੁਦਾ ਦੀ ਕਸਮ ਤੂੰ ਪਹਿਲੀ ਔਰਤ ਹੈ ਜਿਸ ਨਾਲ ਮੈਂ ਖੁੱਲ੍ਹ ਕੇ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਸਪਤਾਲ 'ਚ ਤੇਰੇ ਨਾਲ ਜਿੰਨੀਆਂ ਗੱਲਾਂ ਹੁੰਦੀਆਂ ਸੀ ਬਿਲਕੁਲ ਬਨਾਉਟੀ ਸੀ, ਇਸ ਲਈ ਕਿ ਮੈਂ ਸਿਰਫ ਇੱਕ ਅਜਿਹੀ ਔਰਤ ਸਮਝ ਕੇ ਤੇਰੇ ਨਾਲ ਗੱਲਾਂ ਕਰਦਾ ਸੀ ਜਿਸ ਨਾਲ ਮੈਂ ਬਿਨਾਂ ਜਵਾਬ ਦੇ ਗੱਲਬਾਤ ਕਰ ਸਕਦਾ ਸੀ। ਤੂੰ ਸਾਡੀ ਸੁਸਾਇਟੀ ਤੋਂ ਵਾਕਿਫ ਨਹੀਂ ਹੈ। ਅਸੀਂ ਆਪਣੀ ਮਾਂ ਭੈਣ ਤੋਂ ਬਿਨਾਂ ਹੋਰ ਕਿਸੇ ਔਰਤ ਨੂੰ ਨਹੀਂ ਜਾਣਦੇ। ਸਾਡੇ ਇੱਥੇ ਔਰਤਾਂ ਤੇ ਮਰਦਾਂ ਦਰਮਿਆਨ ਇੱਕ ਮੋਟੀ ਕੰਧ ਰੁਕਾਵਟ ਹੈ। ਹੁਣੇ ਤੇਰੀ ਬਾਂਹ ਫੜ ਕੇ ਮੈਂ ਤੈਨੂੰ ਮੰਜੀ 'ਤੇ ਬਿਠਾਇਆ ਸੀ।
ਜਾਣਦੀ ਹੈ, ਮੇਰੇ ਜਿਸਮ 'ਚ ਇੱਕ ਝੁੰਝਣੀ ਜੀ ਦੌੜ ਗਈ ਸੀ। ਤੂੰ ਇਸ ਬੰਦ ਕਮਰੇ 'ਚ ਮੇਰੇ ਕੋਲ ਖੜੀ ਹੈ, ਜਾਣਦੀ ਹੈ ਮੇਰੇ ਦਿਮਾਗ 'ਚ ਕਿਹੜੇ-ਕਿਹੜੇ ਖਿਆਲ ਚੱਕਰ ਲਾ ਰਹੇ ਨੇ। ਮੈਨੂੰ ਭੁੱਖ ਮਹਿਸੂਸ ਹੋ ਰਹੀ ਹੈ, ਮੇਰੇ ਢਿੱਡ 'ਚ ਹਲਚਲ ਮਚ ਰਹੀ ਹੈ, ਮੇਰੀ ਰੂਹ ਸ਼ਾਂਤ ਹੋ ਗਈ ਹੈ ਤੇ ਸਾਰਾ ਜਿਸਮ ਗਤੀਸ਼ੀਲ ਹੋ ਰਿਹਾ। ਤੂੰ ਆਪਣੇ ਉਸ ਆਸ਼ਿਕ ਦੀਆਂ ਗੱਲਾਂ ਕੀਤੀਆਂ ਨੇ ਤੇ ਮੇਰੇ ਦਿਲ 'ਚ ਖਾਹਿਸ਼ ਪੈਦਾ ਹੁੰਦੀ ਰਹੀ ਹੈ ਕਿ ਉੱਠ ਕੇ ਤੈਨੂੰ ਆਪਣੇ ਸੀਨੇ ਨਾਲ ਲਾ ਲਵਾਂ। ਪਰ ਮੈਨੂੰ ਆਪਣੇ ਜਜ਼ਬਾਤ 'ਤੇ ਕਾਬੂ ਪਾਉਣ ਦਾ ਗੁਰ ਹਾਸਲ ਹੋ ਚੁੱਕਿਆ, ਇਸ ਲਈ ਕਿ ਮੈਂ ਕਈ ਖਾਹਿਸ਼ਾਂ ਹੁਣ ਤੱਕ ਕੁਚਲ ਚੁੱਕਾਂ। ਤੂੰ ਹੈਰਾਨ ਕਾਹਨੂੰ ਹੁੰਨੀ ਹੈ? ਮੈਂ ਸੱਚ ਆਖਦਾ, ਔਰਤ ਦੇ ਮਾਮਲੇ 'ਚ ਮੇਰੀ ਕੋਈ ਖਾਹਿਸ਼ ਹਾਲੇ ਤੱਕ ਪੂਰੀ ਨਹੀਂ ਹੋਈ। ਤੂੰ ਪਹਿਲੀ ਔਰਤ ਹੈ ਜਿਹਨੂੰ ਮੈਂ ਇਸ ਕਦਰ ਨੇੜਿਓਂ ਦੇਖਿਆ। ਇਹੀ ਕਾਰਨ ਹੈ ਕਿ ਮੈਂ ਤੇਰੇ ਹੋਰ ਜ਼ਿਆਦਾ ਕਰੀਬ ਆਉਣਾ ਚਾਹੁੰਦਾ। ਪਰ ਮੈਂ ਸ਼ਰੀਫ ਆਦਮੀ ਹਾਂ, ਮੈਂ ਤੈਨੂੰ ਪਿਆਰ ਨਹੀਂ ਕਰਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਤੈਨੂੰ ਨਫ਼ਰਤ ਕਰਦਾ। ਕਿਉਂਕਿ ਮੈਨੂੰ ਤੇਰੇ ਨਾਲ ਮੁਹੱਬਤ ਨਹੀਂ ਹੈ, ਇਸ ਲਈ ਮੈਂ ਤੇਰੇ 'ਚ ਦਿਲਚਸਪੀ ਨਹੀਂ ਲਾਂਗਾ। ਇਹ ਗੱਲ ਨਹੀਂ ਹੈ। ਮੁਹੱਬਤ ਮੈਂ ਨਹੀਂ ਸਮਝ ਸਕਿਆ ਕਿ ਇਹ ਮੁਹੱਬਤ ਕੀ ਹੈ। ਜੋ ਮੁਹੱਬਤ ਕੀਤੇ ਜਾਣ ਦੇ ਕਾਬਿਲ ਨਹੀਂ, ਮੈਨੂੰ ਉਹਦੇ ਨਾਲ ਨਫ਼ਰਤ ਹੈ। ਖੁਦਾ ਦੀ ਕਸਮ, ਉਹਦੇ ਨਾਂ ਤੋਂ ਹੀ ਨਫ਼ਰਤ ਹੈ। ਪਰ ਮੁਸੀਬਤ ਇਹ ਹੈ ਕਿ ਇਸੇ ਨਫ਼ਰਤ ਨੇ, ਇਸੇ ਹਕਾਰਤ ਨੇ ਮੇਰੇ ਦਿਲ 'ਚ ਉਹਦੀ ਮੁਹੱਬਤ ਦੇ ਬੀਜ ਦਿੱਤੇ ਨੇ। ਫਰੀਆ ਨੇ ਪੁੱਛਿਆ, ਕੌਣ ਹੈ ਉਹ ਲੜਕੀ? ਕੌਣ ਹੈ? ਤੂੰ ਇਹ ਸਭ ਜਾਣ ਕੇ ਕੀ ਕਰੇਂਗੀ? ਇੱਕ ਮਾਮੂਲੀ ਲੜਕੀ ਹੈ ਜਿਹੜੀ ਕਾਫੀ ਸਮੇਂ ਤੋਂ ਔਰਤ ਬਣ ਚੁੱਕੀ ਹੈ। ਉਹਦਾ ਦਿਲੋਂ ਦਿਮਾਗ ਆਨੰਦ ਤੋਂ ਸਖਣਾ ਹੈ। ਉਹ ਹੱਡ ਮਾਸ ਦੀ ਇੱਕ ਪੁਤਲੀ ਹੈ, ਬਸ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ। ਮੇਰੇ ਘਰ ਨੌਕਰ ਹੀ ਪਹਿਲਾਂ ਕਿਸੇ ਹੋਰ ਦੀ ਨੌਕਰ ਸੀ। ਮੈਂ ਇਸੇ ਲਈ ਅੰਮ੍ਰਿਤਸਰ ਛੱਡ ਕੇ ਆਇਆ ਕਿ ਉਹਨੂੰ ਦੇਖ ਕੇ ਮੇਰੇ ਦਿਲ 'ਚ ਇੱਕ ਨਾ ਬਿਆਨਿਆ ਜਾਣ ਵਾਲਾ ਤੂਫਾਨ ਮੱਚ ਉੱਠਦਾ। ਮੈਂ ਚਾਹੁੰਦਾ ਉਹਨੂੰ ਆਪਣੇ ਢੰਗ ਨਾਲ ਮੁਹੱਬਤ ਕਰਾਂ, ਪਰ ਉਹ ਮਿਸ ਫਰੀਆ, ਖੁਦਾ ਦੇ ਲਈ ਮੇਰੇ ਤੋਂ ਨਾ ਪੁੱਛ ਕਿ ਉਹ ਮੁਹੱਬਤ ਨੂੰ ਕੀ ਸਮਝਦੀ ਹੈ। ਮੈਂ ਸਮਝਦਾ ਕਿ ਮੁਹੱਬਤ ਵਿੱਚ ਉਹ ਤਮਾਮ ਚੀਜ਼ਾਂ ਸ਼ਾਮਲ ਨੇ ਜਿਨ੍ਹਾਂ ਦੀ ਕੱਚੀ ਕਲਪਨਾ ਉਸ ਔਰਤ ਦੇ ਦਿਮਾਗ 'ਚ ਹੈ। ਪਰ ਮੈਂ ਇਹ ਵੀ ਤਾਂ ਚਾਹੁੰਦਾ ਕਿ ਕਦੀ-ਕਦੀ ਉਹ ਕਿਸੇ ਚੰਗੀ ਗੱਲ 'ਤੇ, ਕਿਸੇ ਚੁਸਤ ਫਿਕਰੇ 'ਤੇ, ਕਿਸੇ ਸ਼ਾਇਰ ਦੇ ਨਾਜ਼ੁਕ ਖਿਆਲ 'ਤੇ, ਕਿਸੇ ਤਸਵੀਰ ਦੀ ਦਿਲਕਸ਼ ਲਕੀਰ 'ਤੇ ਤੜਪ ਉੱਠੇ। ਪਰ ਉਹਦੀਆਂ ਅੱਖਾਂ ਇਹਨਾਂ ਸਾਰੀਆਂ ਚੀਜ਼ਾਂ ਲਈ ਬੰਦ ਨੇ। ਮੈਂ ਦਿਮਾਗ ਤੋਂ ਸੋਚਦਾ, ਉਹ ਪੇਟ ਤੋਂ ਸੋਚਦੀ ਹੈ। ਪਰ ਤਮਾਸ਼ਾ ਤਾਂ ਇਹ ਹੈ ਕਿ ਮੈਂ ਉਹਨੂੰ ਪਿਆਰ ਕਰਦਾ ਅਤੇ ਉਹਦੀ ਮੁਹੱਬਤ ਨੇ ਮੇਰੇ ਦਿਲ ਦੇ ਕਵਾੜ ਹੋਰਨਾਂ ਦੀਆਂ ਮੁਹੱਬਤਾਂ ਲਈ ਬਿਲਕੁਲ ਬੰਦ ਕਰ ਦਿੱਤੇ ਨੇ। ਮੈਂ ਹਮਦਰਦੀ ਦੇ ਕਾਬਿਲ ਹਾਂ। ਇਹ ਆਖ ਕੇ ਸਈਦ ਮੰਜੀ 'ਤੇ ਉਦਾਸੀ ਦੀ ਹਾਲਤ 'ਚ ਬੈਠ ਗਿਆ। ਮਿਸ ਫਰੀਆ ਨੇ ਉਹਦੀ ਪਿੱਠ 'ਤੇ ਇਉਂ ਹੱਥ ਫੇਰ ਕੇ ਉਹਨੂੰ ਦਿਲਾਸਾ ਦੇਣਾ ਸ਼ੁਰੂ ਕੀਤਾ ਜਿਵੇਂ ਉਹ ਬੱਚਾ ਹੋਵੇ। ਉਹਨੂੰ ਫਰੀਆ ਦੀ ਇਸ ਹਮਦਰਦੀ ਨਾਲ ਆਤਮਿਕ ਸ਼ਾਂਤੀ ਪ੍ਰਾਪਤ ਹੋਈ। ਉਹਦੀ ਮਾਂ ਅਕਸਰ ਉਹਦੀ ਪਿੱਠ 'ਤੇ ਇਸੇ ਤਰ੍ਹਾਂ ਹੱਥ ਫੇਰਦੀ ਹੁੰਦੀ ਸੀ, ਪਰ ਫਰੀਆ ਦੇ ਹੱਥ ਵਿੱਚ ਉਹਨੇ ਹੋਰ ਹੀ ਲੱਜਤ ਪਾਈ। ਉਹਨੂੰ ਮਹਿਸੂਸ ਹੋਇਆ ਕਿ ਉਹ ਵਾਕਈ ਹਮਦਰਦੀ ਦੇ ਕਾਬਿਲ ਹੈ ਤੇ ਦੁਨੀਆ ਦੀਆਂ ਸਾਰੀਆਂ ਔਰਤਾਂ ਨੂੰ ਚਾਹੀਦਾ ਹੈ ਕਿ ਉਹਦੀ ਪਿੱਠ 'ਤੇ ਇਸੇ ਤਰ੍ਹਾਂ ਪਿਆਰ ਮੁਹੱਬਤ ਨਾਲ ਹੱਥ ਫੇਰਨ ਤੇ ਉਹਨੂੰ ਦਿਲਾਸਾ ਦੇਣ। ਫਿਰ ਇੱਕਦਮ ਉਹਨੂੰ ਕੁਝ ਖਿਆਲ ਆਇਆ। ਉਹਨੇ ਫਰੀਆ ਦਾ ਦੂਜਾ ਹੱਥ ਜਿਹੜਾ ਖਾਲੀ ਸੀ ਚੁੱਕ ਕੇ ਹੱਥਾਂ 'ਚ ਲਿਆ ਤੇ ਸ਼ੁਕਰੀਏ ਦੇ ਤੌਰ 'ਤੇ ਉਹਨੂੰ ਦਬਾਉਣਾ ਸ਼ੁਰੂ ਕਰ ਦਿੱਤਾ। ਫਰੀਆ ਨੇ ਆਪਣਾ ਹੱਥ ਉਹਦੇ ਹੱਥ 'ਚ ਰਹਿਣ ਦਿੱਤਾ ਤੇ ਕਿਹਾ, ਅਜੀਬ ਗੱਲ ਹੈ, ਤੁਸੀਂ ਇੱਕ ਔਰਤ ਨਾਲ ਮੁਹੱਬਤ ਕਰਦੇ ਹੋ ਤੇ ਫਿਰ ਨਾਲ ਹੀ ਮੁਹੱਬਤ ਕਰਨੀ ਨਹੀਂ ਜਾਣਦੇ। ਉੱਥੋਂ ਭੱਜ ਆਏ ਹੋ, ਕਿਸੇ ਹੋਰ ਔਰਤ ਨਾਲ ਵੀ ਮੁਹੱਬਤ ਕਰਨੀ ਨਹੀਂ ਚਾਹੁੰਦੇ। ਇਹ ਸੁਣ ਕੇ ਸਈਦ ਨੇ ਫਰੀਆ ਦਾ ਹੱਥ ਛੱਡ ਦਿੱਤਾ। ਇੱਥੇ ਤਾਂ ਚਾਹੁਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਿਸੇ ਔਰਤ ਨੂੰ ਮੁਹੱਬਤ ਕਰਨ ਲਈ ਮੈਂ ਜਿੰਨੇ ਸਾਲ ਤੜਪਦਾ ਰਿਹਾ ਉਹਦਾ ਤੈਨੂੰ ਅੰਦਾਜ਼ਾ ਹੀ ਨਹੀਂ, ਤੇ ਫਿਰ ਮੁਹੱਬਤ ਦਾ ਜੋ ਨਜ਼ਰੀਆ ਮੇਰੇ ਦਿਲੋਂ ਦਿਮਾਗ 'ਚ ਸੁਰੱਖਿਅਤ ਹੈ ਉਹ ਵੀ ਤੂੰ ਨਹੀਂ ਜਾਣਦੀ। ਜਿਸ ਮੁਸੀਬਤ 'ਚ ਅੱਜ ਕੱਲ੍ਹ ਮੈਂ ਫਸੀ ਹਾਂ ਉਹਨੂੰ ਪੈਦਾ ਕਰਨ ਵਾਲਾ ਖੁਦ ਮੈਂ ਹਾਂ। ਉਸ ਔਰਤ ਦੀ ਮੁਹੱਬਤ 'ਚ ਮੈਨੂੰ ਕਿਸੇ ਬਾਹਰ ਦੀ ਤਾਕਤ ਨੇ ਨਹੀਂ ਫਸਾਇਆ। ਮੈਂ ਖੁਦ ਉਸ ਜਾਲ 'ਚ ਫਸਿਆ ਤੇ ਹੁਣ ਖੁਦ ਹੀ ਉਸ 'ਚੋਂ ਨਿਕਲ ਭੱਜਿਆ। ਪਰ ਮੈਂ ਬਿਲਕੁਲ ਬੇਜੋੜ ਗੱਲਾਂ ਕਰ ਰਿਹਾ। ਦਰਅਸਲ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਜਦੋਂ ਮੇਰਾ ਦਿਲ ਇੱਕ ਔਰਤ ਦੀ ਮੁਹੱਬਤ ਨਾਲ ਭਰਿਆ ਏ, ਮੈਂ ਕਿਸੇ ਹੋਰ ਔਰਤ ਨਾਲ ਕਿਵੇਂ ਮੁਹੱਬਤ ਕਰ ਸਕਦਾ? ਉਹ ਜਜ਼ਬਾਤ ਜਿਹੜੇ ਉਸ ਔਰਤ ਦੇ ਲਈ ਮੇਰੇ ਦਿਲ 'ਚ ਪੈਦਾ ਹੁੰਦੇ ਨੇ, ਤੇਰੇ ਲਈ ਜਾਂ ਕਿਸੇ ਹੋਰ ਵਾਸਤੇ ਤਾਂ ਪੈਦਾ ਨਹੀਂ ਹੋ ਸਕਦੇ। ਮੈਂ ਜਦੋਂ ਉਹਦੀ ਕਲਪਨਾ ਦਿਮਾਗ 'ਚ ਲਿਆਉਂਦਾ ਤਾਂ ਖੁਦ ਨੂੰ ਆਪਣੀ ਸਹੂਲੀਅਤ ਦੀ ਖਾਤਰ ਮਜ਼ਲੂਮ ਸਮਝਦਾ, ਪਰ ਤੇਰੇ ਨਾਲ ਗੱਲਬਾਤ ਕਰਦੇ ਹੋਏ ਜਾਂ ਤੇਰੀ ਕਲਪਨਾ ਦਿਮਾਗ 'ਚ ਲਿਆ ਕੇ ਮੈਂ ਆਪਣੇ ਆਪ ਨੂੰ ਮਜ਼ਲੂਮ ਨਹੀਂ ਸਮਝਦਾ। ਪਰ ਤੂੰ ਸ਼ਾਇਦ ਮੇਰਾ ਮਤਲਬ ਨਹੀਂ ਸਮਝ ਸਕੀ। ਇੰਨਾ ਆਖ ਕੇ ਉਹ ਬੇਚੈਨੀ ਦੀ ਹਾਲਤ ਵਿੱਚ ਉੱਠ ਖੜਾ ਹੋਇਆ। ਫਰੀਆ ਨੇ ਮੁਸਕਰਾ ਕੇ ਉਸ ਵੱਲ ਦੇਖਿਆ। ਦੁਨੀਆ 'ਚ ਅਜੀਬੋ-ਗਰੀਬ ਆਦਮੀ ਵਸਦੇ ਨੇ। ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ ਕਿ ਉਹਨੂੰ ਜਿਹਨੇ ਮੈਨੂੰ ਹੁਣੇ ਧੋਖਾ ਦਿੱਤਾ ਹੈ ਜ਼ਾਲਿਮ ਮੰਨਾਂ ਤੇ ਉਹਨਾਂ ਲੋਕਾਂ ਨੂੰ ਵੀ ਜਿਹੜੇ ਇਸ ਤੋਂ ਪਹਿਲਾਂ ਮੈਨੂੰ ਧੋਖਾ ਦੇ ਚੁੱਕੇ ਨੇ ਵਹਿਸ਼ੀ ਦਰਿੰਦੇ ਸਮਝਾਂ। ਪਰ ਪਤਾ ਨਹੀਂ ਮੈਂ ਕਿਉਂ ਇੰਜ ਨਹੀਂ ਕਰ ਸਕਦੀ। ਸਗੋਂ ਮੈਂ ਸੋਚਦੀ ਹਾਂ ਕਿ ਸ਼ਾਇਦ ਮੈਂ ਹੀ ਉਹਨਾਂ 'ਤੇ ਜ਼ੁਲਮ ਕੀਤਾ ਹੋਵੇ। ਕੀ ਪਤਾ ਮੇਰੇ ਤੋਂ ਕੋਈ ਅਜਿਹੀ ਹਰਕਤ ਹੋ ਗਈ ਹੋਵੇ ਜਿਸ ਨਾਲ ਉਹਨਾਂ ਨੂੰ ਦੁੱਖ ਪੁੱਜਾ ਹੋਵੇ। ਕਦੇ ਗੁੱਸੇ 'ਚ ਆ ਕੇ ਬੁਰਾ ਭਲਾ ਕਹਿੰਦੀ ਹਾਂ, ਪਰ ਬਾਅਦ 'ਚ ਅਫਸੋਸ ਹੁੰਦਾ ਹੈ ਤੁਸੀਂ ਨਰਸ ਦੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ।
ਹਸਪਤਾਲ 'ਚ ਜੋ ਵੀ ਆਉਂਦਾ ਰੋਗੀ ਹੁੰਦਾ। ਹਰ ਮਰੀਜ਼ ਨੂੰ ਸਾਡੀ ਹਮਦਰਦੀ ਅਤੇ ਦੇਖਭਾਲ ਦੀ ਲੋੜ ਹੁੰਦੀ ਹੈ। ਲੋਕੀ ਮੇਰੇ ਨਾਲ ਇਸ਼ਕ ਮੁਹੱਬਤ ਦੀਆਂ ਗੱਲਾਂ ਕਰਦੇ ਨੇ ਅਤੇ ਮੈਂ ਸਮਝਦੀ ਹਾਂ ਕਿ ਉਹਨਾਂ ਨੂੰ ਕੋਈ ਰੋਗ ਹੈ ਜਿਸ ਦਾ ਇਲਾਜ ਮੇਰੇ ਕੋਲ ਹੈ। ਇਸ ਲਈ ਮੈਂ ਬੜੀ ਬੇਵਕੂਫ ਹਾਂ ਅਤੇ ਤੁਸੀਂ ਸਈਦ ਨੇ ਮੁਸਕਰਾ ਕੇ ਕਿਹਾ, ਮੈਂ ਸਭ ਤੋਂ ਵੱਡਾ ਬੇਵਕੂਫ ਹਾਂ। ਫਰੀਆ ਮੁਸਕਰਾਈ ਅਤੇ ਅਚਾਨਕ ਹੀ ਉਹਨੇ ਸਈਦ ਦੇ ਹੋਠ ਚੁੰਮ ਲਏ। ਥੋੜ੍ਹੀ ਦੇਰ ਤੱਕ ਉਹਦੇ ਅਚਾਨਕ ਚੁੰਮਣ ਨੇ ਸਈਦ ਦੇ ਹੋਸ਼ ਗਵਾਤੇ। ਉਹ ਬਹੁਤ ਘਬਰਾ ਗਿਆ। ਮਿਸ ਫਰੀਆ, ਇਹ ਕੀ? ਫਿਰ ਸੰਭਲ ਕੇ ਉਹਨੇ ਕਿਹਾ, ਉਹ ਕੁਛ ਨਹੀਂ, ਮੈਂ ਦਰਅਸਲ ਅਜਿਹੀਆਂ ਚੀਜ਼ਾਂ ਦਾ ਆਦੀ ਨਹੀਂ ਹਾਂ। ਉੱਠ ਕੇ ਖੜਾ ਹੋਇਆ, ਹੌਲੀ ਹੌਲੀ ਹੱਸਣ ਲੱਗਾ। ਮੈਂ ਤੇਰਾ ਸ਼ੁਕਰੀਆ ਅਦਾ ਕਰਦਾ। ਇਹ ਸੁਣ ਕੇ ਫਰੀਆ ਬਹੁਤ ਹੱਸੀ। ਸ਼ੁਕਰੀਆ, ਤੁਸੀਂ ਬਿਲਕੁਲ ਬੱਚੇ ਹੋ, ਇੱਧਰ ਆਓ। ਅਤੇ ਖੁਦ ਅੱਗੇ ਵੱਧ ਕੇ ਉਹਨੂੰ ਆਪਣੀ ਬਾਹਾਂ 'ਚ ਲਿਆ, ਉਹਦੇ ਹੋਠਾਂ 'ਤੇ ਹੋਠ ਜਮਾਏ ਅਤੇ ਸਈਦ ਨੂੰ ਪਰੇਸ਼ਾਨ ਕਰ ਦਿੱਤਾ। ਮਿਸ ਫਰੀਆ। ਫਰੀਆ ਨੇ ਰਤਾ ਕੋ ਹਟ ਕੇ ਉਸ ਵੱਲ ਦੇਖਿਆ ਅਤੇ ਕਿਹਾ, ਤੁਸੀਂ ਬਿਮਾਰ ਹੋ, ਤੁਹਾਨੂੰ ਇੱਕ ਨਰਸ ਦੀ ਲੋੜ ਹੈ। ਆਪਣੀ ਘਬਰਾਹਟ ਦੂਰ ਕਰਕੇ ਸਈਦ ਨੇ ਮੁਸਕਰਾਉਣ ਦੀ ਕੋਸ਼ਿਸ਼ ਕਰਦੇ ਹੋਏ ਫਰੀਆ ਨੂੰ ਕਿਹਾ, ਮੈਨੂੰ ਸਿਰਫ ਇੱਕ ਨਰਸ ਹੀ ਨਹੀਂ, ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਵੀ ਲੋੜ ਹੈ। ਪਰ ਮੁਸੀਬਤ ਇਹ ਹੈ ਕਿ ਸਾਰੀਆਂ ਚੀਜ਼ਾਂ ਮਿਲਦੀਆਂ ਨਹੀਂ। ਮੈਂ ਤੈਨੂੰ ਪਹਿਲਾਂ ਵੀ ਆਖ ਚੁੱਕਾ ਕਿ ਬਹੁਤ ਸਾਰੀਆਂ ਖਾਹਿਸ਼ਾਂ ਮੇਰੇ ਸੀਨੇ 'ਚ ਅਪਾਹਜ ਹੋ ਚੁੱਕੀਆਂ ਨੇ। ਮੇਰੇ ਬਹੁਤ ਸਾਰੇ ਅਹਿਸਾਸ ਲੰਗੜੇ ਹੋ ਚੁੱਕੇ ਨੇ। ਹੁਣ ਤਾਂ ਇਹ ਹਾਲਤ ਹੋਈ ਪਈ ਹੈ ਕਿ ਮੈਂ ਖੁਦ ਹੀ ਨਹੀਂ ਸਮਝ ਸਕਦਾ ਕਿ ਮੈਂ ਕੀ ਹਾਂ ਅਤੇ ਕਿਉਂ ਹਾਂ। ਇੱਕ ਚੀਜ਼ ਦੇ ਲਈ ਇੱਛਾ ਕਰਦਾ, ਪਰ ਨਾਲ ਹੀ ਇਹ ਵੀ ਚਾਹੁੰਦਾ ਕਿ ਇਸ ਇੱਛਾ ਦਾ ਇਜ਼ਹਾਰ ਨਾ ਕਰਾਂ। ਇਸ 'ਚ ਕੁਝ ਤਾਂ ਸੋਸਾਇਟੀ ਦੇ ਬਣਾਏ ਹੋਏ ਅਸੂਲਾਂ ਦਾ ਕਸੂਰ ਹੈ, ਕੁਝ ਮੇਰਾ ਆਪਣਾ। ਮੈਂ ਇੱਕ ਬਹੁਤ ਵੱਡਾ ਆਦਮੀ ਹੁੰਦਾ, ਯਾਨੀ ਮੇਰੇ ਅੰਦਰ ਹਰ ਵਿਰੋਧੀ ਤਾਕਤ ਦਾ ਮੁਕਾਬਲਾ ਕਰਨ ਦੀ ਹਿੰਮਤ ਹੁੰਦੀ, ਤਾਂ ਗੱਲ ਬਿਲਕੁਲ ਵੱਖਰੀ ਸੀ। ਪਰ ਅਫਸੋਸ ਹੈ ਕਿ ਮੈਂ ਇੱਕ ਮਾਮੂਲੀ ਇਨਸਾਨ ਹਾਂ ਜਿਹਦਾ ਦਿਮਾਗ ਉੱਚੀਆਂ ਥਾਵਾਂ ਦੀ ਸੈਰ ਕਰਨੀ ਚਾਹੁੰਦਾ ਹੈ। ਇਹ ਕਿੰਨੀ ਵੱਡੀ ਤਰਾਸਦੀ ਹੈ। ਫਰੀਆ ਨੇ ਉਹਦੀ ਗੱਲ ਸੁਣੀ। ਥੋੜ੍ਹੀ ਦੇਰ ਬਾਅਦ ਕਿਹਾ, ਪਰ ਮੈਂ ਤਾਂ ਕਦੇ ਆਪਣੇ ਆਪ ਨੂੰ ਮਾਮੂਲੀ ਔਰਤ ਨਹੀਂ ਸਮਝਿਆ। ਸ਼ਾਇਦ ਇਹੋ ਸੋਚ ਸਾਰੀਆਂ ਮੁਸੀਬਤਾਂ ਦੀ ਜੜ੍ਹ ਹੈ। ਮੈਂ ਹਮੇਸ਼ਾ ਇਹੋ ਸੋਚਿਆ ਕਿ ਮੈਂ ਸਧਾਰਨ ਜਿਹੀ ਔਰਤ ਹਾਂ, ਯਾਨੀ ਮੇਰੇ 'ਚ ਮੁਹੱਬਤ ਕਰਨ ਦਾ ਮਾਦਾ ਬਾਕੀ ਔਰਤਾਂ ਦੇ ਮੁਕਾਬਲੇ 'ਚ ਬਹੁਤ ਜ਼ਿਆਦਾ ਹੈ। ਮੈਂ ਬੜੀ ਸੁਹਿਰਦ ਹਾਂ, ਪਰ ਇਹ ਅਜੀਬ ਗੱਲ ਹੈ ਕਿ ਮੈਂ ਕਿਸੇ ਮਰਦ ਨੂੰ ਹਮੇਸ਼ਾ ਵਾਸਤੇ ਆਪਣੇ ਕੋਲ ਰੱਖਣ 'ਚ ਕਾਮਯਾਬ ਨਾ ਹੋ ਸਕੀ। ਮੈਨੂੰ ਸਮਝ ਨਹੀਂ ਆਉਂਦੀ ਕਿ ਮਰਦ ਔਰਤ ਕੋਲੋਂ ਆਖਰ ਚਾਹੁੰਦੇ ਕੀ ਨੇ। ਮੇਰਾ ਖਿਆਲ ਹੈ ਅਜਿਹੀਆਂ ਗੱਲਾਂ ਸੋਚਣੀਆਂ ਹੀ ਨਹੀਂ ਚਾਹੀਦੀਆਂ। ਮਰਦ ਔਰਤ ਕੋਲੋਂ ਕੀ ਚਾਹੁੰਦਾ ਹੈ, ਔਰਤ ਮਰਦ ਕੋਲੋਂ ਕੀ ਚਾਹੁੰਦੀ ਹੈ, ਅਤੇ ਫਿਰ ਇਹ ਦੋਵੇਂ ਜਣੇ ਮਿਲ ਕੇ ਕੀ ਚਾਹੁੰਦੇ ਨੇ। ਇਹ ਚਾਹੁਣ ਦਾ ਸਿਲਸਿਲਾ ਅਸੀਮ ਹੈ ਜਿਹੜਾ ਕਦੇ ਖਤਮ ਨਹੀਂ ਹੋਏਗਾ। ਕੁਝ ਹੋਰ ਗੱਲਾਂ ਕਰੀਏ। ਹਾਂ, ਇਹ ਦੱਸ ਹੁਣ ਤੂੰ ਕੀ ਕਰਨਾ ਚਾਹੁੰਦੀ ਹੈ? ਫਰੀਆ ਜ਼ੋਰ ਨਾਲ ਹੱਸੀ। ਇਹ ਚਾਹੁਣ ਦਾ ਸਿਲਸਿਲਾ ਕਦੇ ਖਤਮ ਨਹੀਂ ਹੋਣਾ। ਸਈਦ ਵੀ ਹੱਸ ਪਿਆ। ਫਰੀਆ ਕਹਿਣ ਲੱਗੀ, ਮੈਂ ਬੜੀ ਉਦਾਸ ਸਾਂ, ਪਰ ਇਹਨਾਂ ਗੱਲਾਂ ਨੇ ਮੇਰੀ ਸਾਰੀ ਉਦਾਸੀ ਦੂਰ ਕਰ ਦਿੱਤੀ। ਉਂਝ ਵੀ ਮੈਂ ਬਹੁਤ ਦੇਰ ਤੱਕ ਉਦਾਸ ਰਹਿ ਵੀ ਨਹੀਂ ਸਕਦੀ, ਪਰ ਫਿਰ ਵੀ ਜਿਹੜੀਆਂ ਗੱਲਾਂ ਤੁਹਾਡੇ ਅਤੇ ਮੇਰੇ ਵਿਚਾਲੇ ਹੋਈਆਂ ਨੇ ਇੰਨੀਆਂ ਚੰਗੀਆਂ ਅਤੇ ਖੁਸ਼ਗਵਾਰ ਨੇ ਕਿ ਉਹ ਥਕਾਵਟ ਜਿਹੜੀ ਮੈਂ 3-4 ਦਿਨਾਂ ਤੋਂ ਮਹਿਸੂਸ ਕਰ ਰਹੀ ਸੀ ਗਾਇਬ ਹੋ ਗਈ ਹੈ। ਹੁਣ ਮੈਂ ਭਵਿੱਖ ਬਾਰੇ ਸਾਫ਼ ਦਿਮਾਗ ਨਾਲ ਸੋਚ ਸਕਾਂਗੀ। ਕੀ ਇਰਾਦਾ ਹੈ? ਕੋਈ ਖਾਸ ਇਰਾਦਾ ਤਾਂ ਨਹੀਂ, ਪਰ ਹੁਣ ਮੈਂ ਅੰਮ੍ਰਿਤਸਰ ਵਾਪਸ ਨਹੀਂ ਜਾਣਾ ਚਾਹੁੰਦੀ, ਕਿਉਂਕਿ ਮੈਨੂੰ ਉੱਥੇ ਫਿਰ ਇਸ ਗੱਲ ਦਾ ਖਤਰਾ ਰਹੇਗਾ ਕਿ ਕੋਈ ਆਦਮੀ ਕੰਪਨੀ ਬਾਗ 'ਚ ਘੁੰਮਦਾ ਹੋਇਆ ਆ ਨਿਕਲੇਗਾ, ਮੇਰੀਆਂ ਕਮਜ਼ੋਰੀਆਂ ਦਾ ਫਾਇਦਾ ਚੁੱਕ ਕੇ ਚੱਲਦਾ ਬਣੇਗਾ। ਮੈਂ ਹੁਣ ਇੱਥੇ ਲਾਹੌਰ 'ਚ ਹੀ ਰਹਿਣਾ ਚਾਹੁੰਦੀ ਹਾਂ। ਤੁਸੀਂ ਕਦੋਂ ਤੀਕ ਇੱਥੇ ਰੁਕੋਗੇ? ਸਈਦ ਨੇ ਜਵਾਬ ਦਿੱਤਾ, ਮੈਂ ਕੁਝ ਨਹੀਂ ਆਖ ਸਕਦਾ, ਪਰ ਲੱਗਦਾ ਹੈ 2-2.5 ਮਹੀਨੇ ਇੱਥੇ ਹੋਰ ਰਹਾਂਗਾ। ਮੈਂ ਖੁਦ ਅੰਮ੍ਰਿਤਸਰ ਨਹੀਂ ਜਾਣਾ ਚਾਹੁੰਦਾ। ਫਰੀਆ ਨੇ ਕਿਹਾ, ਤਾਂ ਮੈਂ ਵੀ 2-2.5 ਮਹੀਨੇ ਤੱਕ ਇੱਥੇ ਹੀ ਰਹਾਂਗੀ। ਉਹਦੇ ਬਾਅਦ ਕੋਇਟਾ ਚਲੀ ਜਾਵਾਂਗੀ, ਜਿੱਥੇ ਮੇਰੀ ਇੱਕ ਭੈਣ ਰਹਿੰਦੀ ਏ। ਉੱਥੋਂ ਫਿਰ ਕਿੱਧਰ ਜਾਵਾਂਗੀ ਇਹਦੇ ਬਾਰੇ ਸੋਚਣਾ ਬੇਕਾਰ ਏ। ਮੇਰੇ ਕੋਲ 200 ਰੁਪਏ ਸਨ, ਜਿਨ੍ਹਾਂ 'ਚੋਂ 150 ਬਾਕੀ ਰਹਿ ਗਏ ਨੇ। ਹੋਟਲ ਦਾ ਕਿਰਾਇਆ ਚੁਕਾ ਕੇ ਮੇਰੇ ਕੋਲ 100 ਬਚਣਗੇ। ਉਹਨਾਂ ਨਾਲ ਕੀ 2 ਮਹੀਨੇ ਦਾ ਗੁਜ਼ਾਰਾ ਨਹੀਂ ਹੋ ਸਕੇਗਾ? ਹੋ ਜਾਏਗਾ, ਬਸ਼ਰਤੇ ਕਿ ਤੂੰ ਫਜ਼ੂਲ ਖਰਚੀ ਨਾ ਕਰੇ। ਮੇਰੇ ਕੋਲ ਸਿਰਫ 200 ਰੁਪਏ ਨੇ ਅਤੇ ਮੈਂ ਉਹਨਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਵਕਤ ਇੱਥੇ ਗੁਜ਼ਾਰਨਾ ਹੈ। ਜਦੋਂ ਅੰਮ੍ਰਿਤਸਰ ਤੋਂ ਚੱਲਿਆ ਸੀ, ਮਾਂ ਨੇ ਮੈਨੂੰ 250 ਰੁਪਏ ਦਿੱਤੇ। ਮੇਰਾ ਖਿਆਲ ਹੈ 250 ਰੁਪਏ ਦੇ ਕੇ ਅਤੇ ਹਸਪਤਾਲ ਦੀ ਫੀਸ ਵਗੈਰਾ ਅਦਾ ਕਰਕੇ ਉਹਨਾਂ ਕੋਲ 1,500 ਰੁਪਏ ਬਾਕੀ ਬਚੇ ਹੋਣਗੇ, ਜੋ ਸਾਡੀ ਕੁੱਲ ਪੂੰਜੀ ਹੈ। ਸਈਦ ਨੇ ਬਿਲਕੁਲ ਠੀਕ ਕਿਹਾ, ਇਸ ਲਈ ਕਿ ਉਹਦੀ ਮਾਂ ਦੇ ਕੋਲ ਹੁਣ ਮੁਸ਼ਕਲ ਨਾਲ 1,500 ਰੁਪਏ ਬਾਕੀ ਬਚੇ ਸਨ। ਬਾਪ ਦੇ ਕੋਲ 10,000 ਰੁਪਏ ਸਨ, ਜਿਨ੍ਹਾਂ 'ਚੋਂ ਕੁਝ ਉਸਨੇ ਆਪਣੇ ਬਾਪ ਦੇ ਜਿਉਂਦੇ ਜੀ ਫਜ਼ੂਲ ਖਰਚੀ ਦੇ ਕਾਰਨ ਬੇਕਾਰ ਕਰਤੇ, ਕੁਝ ਉਹਨਾਂ ਦੀ ਮੌਤ ਮਗਰੋਂ ਇੱਧਰ ਉੱਧਰ ਬਰਬਾਦ ਕਰਤੇ। ਸਈਦ ਨੇ ਇਹ ਰੁਪਏ ਜਿਸਮਾਨੀ ਅਯਾਸ਼ੀਆਂ 'ਤੇ ਖਰਚ ਨਹੀਂ ਕੀਤੇ। ਉਹਨੂੰ ਅੱਲੜ ਉਮਰ 'ਚ ਅਜੀਬੋ-ਗਰੀਬ ਸ਼ੌਕ ਸੀ। ਮਾਂ ਤੋਂ ਕਿਸੇ ਨਾ ਕਿਸੇ ਬਹਾਨੇ ਜਾਂ ਸੰਦੂਕ 'ਚੋਂ ਰੁਪਏ ਕੱਢ ਕੇ ਉਹਨੇ ਚੋਰੀ ਬਾਹਰ ਕਈ ਸਾਈਕਲਾਂ ਖਰੀਦੀਆਂ। ਮਜ਼ਾ ਇਹ ਹੈ ਕਿ ਉਹਨੂੰ ਸਾਈਕਲ ਚਲਾਉਣੀ ਨਹੀਂ ਸੀ ਆਉਂਦੀ। ਇਹਨਾਂ ਸਾਈਕਲਾਂ ਦਾ ਇਸਤੇਮਾਲ ਉਹਦੇ ਦੋਸਤ ਕਰਦੇ ਸਨ ਅਤੇ ਉਹ ਖੁਸ਼ ਹੋ ਜਾਂਦਾ ਸੀ। ਇਸ ਤਰ੍ਹਾਂ ਉਹਨੇ
ਘਰ 'ਚੋਂ ਰੁਪਏ ਚੋਰੀ ਕਰਕੇ ਇੱਕ ਛੋਟੀ ਸਿਨੇਮਾ ਮਸ਼ੀਨ ਖਰੀਦੀ, ਸ਼ਾਇਦ 300 ਦੀ, ਤੇ ਇਹ ਮਸ਼ੀਨ ਉਹ ਕਦੇ ਚਲਾ ਨਾ ਸਕਿਆ, ਇਸ ਲਈ ਕਿ ਉਹਦੇ ਦੋਸਤ ਦੇ ਘਰ ਬਿਜਲੀ ਨਹੀਂ ਸੀ ਜਿੱਥੇ ਉਹਨੇ ਉਸ ਮਸ਼ੀਨ ਨੂੰ ਲੁਕਾ ਕੇ ਰੱਖਿਆ ਸੀ। 2 ਵਾਰੀ ਘਰੋਂ ਭੱਜ ਕੇ ਬੰਬਈ ਗਿਆ ਤੇ ਨਾਲ ਕਈ ਦੋਸਤਾਂ ਨੂੰ ਲੈ ਗਿਆ। ਉੱਥੇ ਵੀ ਉਹਨੇ ਕੋਈ ਇਯਾਸ਼ੀ ਨਹੀਂ ਕੀਤੀ, ਪਰ ਸਾਰਾ ਪੈਸਾ ਫਜ਼ੂਲ ਬਰਬਾਦ ਹੋ ਗਿਆ। ਸਈਦ ਦਾ ਬਾਪ ਉਸ ਨਾਲ ਅਕਸਰ ਨਾਰਾਜ਼ ਰਹਿੰਦਾ ਸੀ। ਉਹ ਇੱਕ ਤਿੱਖੇ ਤੇ ਸਖਤ ਸੁਭਾਅ ਦਾ ਬਾਪ ਸੀ। ਉਹਨੂੰ ਆਪਣੇ ਬੇਟੇ ਦੀਆਂ ਇਹਨਾਂ ਹਰਕਤਾਂ ਤੇ ਬਹੁਤ ਗੁੱਸਾ ਆਉਂਦਾ ਸੀ, ਇਸ ਲਈ ਉਹ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੰਦਾ, ਪਰ ਉਹ ਆਪਣੀ ਜ਼ਿੰਦਗੀ 'ਚ ਉਹਨੂੰ ਸੁਧਾਰਨ 'ਚ ਕਾਮਯਾਬ ਨਾ ਹੋ ਸਕਿਆ। ਸਈਦ ਦੀ ਮਾਂ ਉਹਦੇ ਬਾਪ ਦੇ ਬਿਲਕੁਲ ਉਲਟ ਬਹੁਤ ਹੀ ਨਰਮ ਸੁਭਾਅ ਦੀ ਔਰਤ। ਉਹਨੂੰ ਆਪਣੇ ਬੱਚੇ ਨਾਲ ਇੰਨਾ ਪਿਆਰ ਸੀ ਕਿ ਜੇਕਰ ਕਿਸੇ ਨੂੰ ਉਹਦਾ ਜ਼ਿਕਰ ਕੀਤਾ ਜਾਏ ਤਾਂ ਅਫਸਾਨਾ ਪ੍ਰਤੀਤ ਹੋਵੇ। ਉਸ ਲੜਕੇ ਦੀ ਖਾਤਰ ਉਹਨੇ ਬੜੇ ਦੁੱਖ ਝੱਲੇ, ਬੇਸ਼ੁਮਾਰ ਤਕਲੀਫਾਂ ਬਰਦਾਸ਼ਤ ਕੀਤੀਆਂ, ਪਰ ਉਹਦੀ ਹਰੇਕ ਖਾਹਿਸ਼ ਨੂੰ ਪੂਰਾ ਕੀਤਾ। ਉਹ ਲੋਕਾਂ ਨੂੰ ਆਖਦੀ ਹੁੰਦੀ ਸੀ, ਮੰਨਦੀ ਹਾਂ ਮੇਰਾ ਲੜਕਾ ਬੜਾ ਫਜ਼ੂਲ ਖਰਚੇ, ਉਹਨੂੰ ਅੱਗੇ ਪਿੱਛੇ ਦਾ ਕੋਈ ਖਿਆਲ ਨਹੀਂ, ਬੜਾ ਜ਼ਿੱਦੀ ਹੈ, ਪਰ ਉਹ ਦਿਲੋਂ ਮਾੜਾ ਨਹੀਂ, ਦੇਖ ਲੈਣਾ ਇੱਕ ਦਿਨ ਸਾਰੇ ਦਲਿੱਦਰ ਦੂਰ ਕਰ ਦੇਗਾ। ਹਾਲੇ ਵੀ ਉਹਦਾ ਇਹੋ ਹੀ ਖਿਆਲ ਸੀ ਕਿ ਇੱਕ ਦਿਨ ਉਹਦਾ ਬੇਟਾ, ਜੋ ਕਿ ਸੁਹਿਰਦ ਦਿਲ ਦਾ ਮਾਲਕ ਹੈ, ਇੱਕਦਮ ਨੇਕ ਆਦਮੀ ਬਣ ਜਾਏਗਾ ਤੇ ਸਾਰੇ ਲੋਕੀ ਹੈਰਾਨੀ ਨਾਲ ਉਹਦਾ ਮੂੰਹ ਤੱਕਣਗੇ। ਮਾਂ ਦੇ ਦਿਲ 'ਚ ਆਪਣੇ ਬੇਟੇ ਬਾਰੇ ਕਈ ਇੱਛਾਵਾਂ ਤੇ ਉਮੀਦਾਂ ਦਾ ਪੈਦਾ ਹੋਣਾ ਇੱਕ ਸੁਭਾਵਿਕ ਗੱਲ ਹੈ, ਕਿਉਂਕਿ ਸਈਦ ਦੀ ਮਾਂ ਹੱਦ ਦਰਜੇ ਦੀ ਆਸ਼ਾਵਾਦੀ ਤੇ ਖੁਦਾ ਤੇ ਭਰੋਸਾ ਰੱਖਣ ਵਾਲੀ ਔਰਤ ਸੀ। ਇਸ ਲਈ ਉਹ ਕਦੀ ਨਿਰਾਸ਼ ਨਹੀਂ ਸੀ ਹੁੰਦੀ। ਉਹਨੂੰ ਖੁਦਾ ਦੇ ਘਰੋਂ ਉਮੀਦ ਸੀ ਕਿ ਉਹਦਾ ਇਕਲੌਤਾ ਬੱਚਾ ਛੇਤੀ ਸੁਧਰ ਜਾਏਗਾ ਤੇ ਉਹਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਉਹ ਹਰ ਵੇਲੇ ਖੁਦਾ ਤੋਂ ਉਹਦੀ ਸਲਾਮਤੀ ਦੀ ਦੁਆ ਮੰਗਦੀ ਰਹਿੰਦੀ, ਕਿਉਂਕਿ ਉਹਦਾ ਈਮਾਨ ਸੀ ਕਿ ਹਰ ਇਨਸਾਨ ਆਪਣੀ ਮਰਜ਼ੀ ਨਾਲ ਬੁਰਾਈ ਨਹੀਂ ਛੱਡ ਸਕਦਾ ਤੇ ਸਿਰਫ ਖੁਦਾ ਦੀ ਮਿਹਰ ਨਾਲ ਹੀ ਚੰਗਿਆਈਆਂ ਪੈਦਾ ਹੁੰਦੀਆਂ ਨੇ। ਇਸ ਲਈ ਉਹਨੇ ਆਪਣੇ ਲੜਕੇ ਤੋਂ ਕਦੀ ਪੁੱਛ-ਗਿੱਛ ਨਹੀਂ ਕੀਤੀ। ਇੱਧਰ ਉਹਦਾ ਲੜਕਾ ਸਈਦ ਖੁਦਾ ਦੀ ਮਿਹਰ ਨਾਲ ਬਿਲਕੁਲ ਆਲਸੀ ਸੀ। ਇਹ ਗਫਲਤ ਜਾਣਬੁੱਝ ਕੇ ਨਹੀਂ ਸੀ, ਕਿਉਂਕਿ ਆਪਣੇ ਕਰਮਾਂ 'ਚ ਉਹਨੂੰ ਸਿਰਫ ਆਪਣਾ ਹੀ ਹੱਥ ਨਜ਼ਰ ਆਉਂਦਾ ਸੀ। ਉਹ ਇੱਕ ਤਿੱਖੇ ਵਹਾਅ 'ਚ ਵਹਿੰਦਾ ਚਲਾ ਜਾ ਰਿਹਾ ਸੀ। ਇੱਕ ਜ਼ਮਾਨੇ ਤੋਂ ਉਹਦੇ ਵਿਚਾਰ ਵੱਖ-ਵੱਖ ਸ਼ਕਲਾਂ 'ਚ ਜ਼ਾਹਿਰ ਹੋ ਇੱਧਰ-ਉੱਧਰ ਖਿਲਰ ਰਹੇ ਸਨ। ਉਹਦੀ ਜ਼ਿੰਦਗੀ 'ਚ ਇੱਕ ਅਜਿਹਾ ਅਫਸਾਨਾ ਸੀ ਜੋ ਕਾਗਜ਼ 'ਤੇ ਨਾ ਲਿਖਿਆ ਗਿਆ ਹੋਵੇ। ਜਿਸ ਤਰ੍ਹਾਂ ਅਫਸਾਨੇ ਦਾ ਪਲਾਟ ਬਣਾਉਂਦੇ ਸਮੇਂ ਲੇਖਕ ਦੇ ਵੱਖ-ਵੱਖ ਵਿਚਾਰਾਂ ਦੀ ਇੱਕ ਉਲਝਣ ਜਿਹੀ ਪੈਦਾ ਹੋ ਜਾਂਦੀ ਹੈ, ਵੱਖ-ਵੱਖ ਘਟਨਾਵਾਂ ਤੇ ਹਾਦਸਿਆਂ ਦਾ ਇੱਕ ਢੇਰ ਜਿਹਾ ਲੱਗ ਜਾਂਦਾ ਹੈ। ਇਸੇ ਤਰ੍ਹਾਂ ਉਹਦੀ ਜ਼ਿੰਦਗੀ ਅਜਿਹੇ ਬੇਸ਼ੁਮਾਰ ਕੱਚੇ ਵਿਚਾਰਾਂ ਦਾ ਸਮੂਹ ਸੀ ਜੋ ਉੱਪਰੋਂ ਥੱਲੇ ਅਫਰਾ-ਤਫਰੀ ਦੀ ਹਾਲਤ 'ਚ ਪਏ ਸਨ। ਉਹ ਇੱਕ ਲੰਮੀ ਨਾ ਖਤਮ ਹੋਣ ਵਾਲੀ ਘੁਮਾਅਦਾਰ ਸੜਕ 'ਤੇ ਜਾ ਰਿਹਾ ਸੀ, ਬੜੀ ਕਾਹਲੀ ਨਾਲ ਜੋ ਉਹਦੇ ਪਿੱਛੇ ਰਹਿ ਗਿਆ ਸੀ। ਉਸ 'ਤੇ ਉਹਨੇ ਕਦੇ ਧਿਆਨ ਨਹੀਂ ਸੀ ਦਿੱਤਾ। ਜਿਹੜਾ ਉਹਦੇ ਅੱਗੇ ਆਉਣ ਵਾਲਾ ਸੀ, ਉਹ ਤੋਂ ਵੀ ਉਹ ਬਿਲਕੁਲ ਬੇਖਬਰ ਸੀ। ਉਹ ਅਤੀਤ ਤੇ ਭਵਿੱਖ ਦੀਆਂ ਸਰਹੱਦਾਂ ਵਿਚਕਾਰ ਵਰਤਮਾਨ ਨਾਲ ਖੇਡ ਰਿਹਾ ਸੀ। ਅਜਿਹੀ ਖੇਡ ਜਿਹਦਾ ਮਤਲਬ ਸਮਝਣ ਦੀ ਜੇਕਰ ਉਹਨੇ ਕੋਸ਼ਿਸ਼ ਵੀ ਕੀਤੀ ਤਾਂ ਨਾਕਾਮ ਰਿਹਾ। ਬਾਪ ਦੀ ਨਿੰਦਾ ਤੇ ਮਾਂ ਦੀ ਲਗਾਤਾਰ ਦੁਆ ਉੱਤੇ ਅਸਰ ਨਾ ਪਾ ਸਕੀ ਤੇ ਉਹ ਆਪਣੀ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ 'ਚ ਲੀਨ ਇੱਕ ਅਜਿਹੇ ਰਸਤੇ 'ਤੇ ਚੱਲਦਾ ਰਿਹਾ ਜੋ ਇੱਕੋ ਹੀ ਵੇਲੇ ਕਠਿਨ ਤੇ ਆਸਾਨ ਸੀ। ਉਹਦਾ ਬਾਪ ਉਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਹੰਗਾਮਿਆਂ ਤੇ ਸੁਸਤ ਰਫ਼ਤਾਰ ਜ਼ਿੰਦਗੀ ਤੇ ਅਫਸੋਸ ਕਰਦਾ ਹੋਇਆ ਮਰ ਗਿਆ। ਬਾਪ ਦੀ ਮੌਤ ਨੇ ਉਹ 'ਤੇ ਕਾਫੀ ਅਸਰ ਪਾਇਆ। ਉਹ ਕਈ ਘੰਟੇ ਆਪਣੇ ਬਾਪ ਦੀ ਲਾਸ਼ 'ਤੇ ਰੋਇਆ, ਪਰ ਉਸ ਮਾਤਮ ਦੌਰਾਨ ਉਹਦਾ ਦਿਮਾਗ ਹੰਝੂਆਂ ਤੋਂ ਅੱਗੇ ਦੇਖਣ ਦੀ ਕੋਸ਼ਿਸ਼ ਕਰਦਾ ਰਿਹਾ। ਅੱਗੇ, ਬਹੁਤ ਅੱਗੇ, ਔਰਤਾਂ ਦੀਆਂ ਚੀਕਾਂ, ਰੋਣ ਧੋਣ ਦੀਆਂ ਭਿਆਨਕ ਆਵਾਜ਼ਾਂ ਦੇ ਅੰਦਰ ਪਤਾ ਨਹੀਂ ਕਿੱਥੇ ਉਹਦੀ ਅੰਦਰਲੀ ਸੁਣਨ ਸ਼ਕਤੀ ਅਜਿਹੀ ਆਵਾਜ਼ ਤਲਾਸ਼ ਕਰ ਰਹੀ ਸੀ ਜਿਹਨੂੰ ਸੁਣ ਕੇ ਉਹਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੋ ਜਾਏ। ਉਹਦੀਆਂ ਅੱਖਾਂ ਰੋਈਆਂ, ਉਹਦਾ ਸਾਰਾ ਵਜੂਦ ਰੋਇਆ। ਉਹਨੂੰ ਬਾਪ ਦੀ ਮੌਤ ਦਾ ਵਾਕਈ ਬੜਾ ਅਫਸੋਸ ਸੀ, ਪਰ ਰੋਂਦਿਆਂ ਰੋਂਦਿਆਂ ਇੱਕਦਮ ਉਹਨੂੰ ਖਿਆਲ ਆਇਆ ਸੀ, ਮੈਂ ਰੋ ਰਿਹਾ, ਇਹ ਲੋਕ ਜੋ ਮੇਰੇ ਆਸ-ਪਾਸ ਜਮ੍ਹਾਂ ਨੇ, ਕੀ ਦਿਲ 'ਚ ਇਹ ਤਾਂ ਨਹੀਂ ਸੋਚਦੇ ਹੋਣਗੇ ਕਿ ਸਭ ਢੋਂਗ ਹੈ। ਇਸ ਖਿਆਲ ਨੇ ਸਈਦ ਨੂੰ ਇੱਕਦਮ ਇੱਕ ਨਵੀਂ ਦੁਨੀਆ 'ਚ ਸੁੱਟ ਦਿੱਤਾ। ਉਹਦੇ ਹੰਝੂ ਬਿਲਕੁਲ ਸੁੱਕ ਗਏ ਤੇ ਉਹ ਦੇਰ ਤੱਕ ਆਪਣੇ ਬਾਪ ਦੇ ਬੇਜਾਨ ਤੇ ਸ਼ਾਂਤ ਚਿਹਰੇ ਵੱਲ ਵੇਖਦਾ ਰਿਹਾ, ਜਿਸ ਤੇ ਉਹਦੇ ਕੁਕਰਮ ਨਫ਼ਰਤ ਤੇ ਗੁੱਸੇ ਦੇ ਮਿਲੇ-ਜੁਲੇ ਜਜ਼ਬਾਤ ਪੈਦਾ ਕਰਦੇ ਰਹੇ ਸਨ। ਬਾਪ ਨੂੰ ਕਬਰ ਦੇ ਸਪੁਰਦ ਕਰਕੇ ਉਹ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਘਰ ਵਾਪਸ ਆਇਆ। ਰਾਤ ਨੂੰ ਇਕੱਲੇਪਨ 'ਚ ਉਹਨੂੰ ਇਹ ਮਹਿਸੂਸ ਕਰਕੇ ਬੜੀ ਹੈਰਾਨੀ ਹੋਈ ਕਿ ਉਹ ਬਹੁਤ ਹਲਕਾ ਹੋ ਗਿਆ, ਜਿਵੇਂ ਉਹਦੇ ਵਜੂਦ ਤੋਂ ਮਣਾ ਭਾਰ ਲੱਥ ਗਿਆ ਹੋਵੇ। ਇਹਦਾ ਮਤਲਬ ਸਮਝਣ ਦੀ ਉਹਨੇ ਕੋਸ਼ਿਸ਼ ਕੀਤੀ, ਪਰ ਨਾਕਾਮ ਰਿਹਾ। ਬਾਪ ਦੀ ਮੌਤ ਮਗਰੋਂ ਉਹਨੇ ਇੱਕ ਦਿਨ ਬੈਠ ਕੇ ਬੜੇ ਇਰਾਦੇ ਆਪਣੇ ਸੀਨੇ 'ਚ ਜਮ੍ਹਾਂ ਕੀਤੇ, ਦ੍ਰਿੜ ਸੰਕਲਪ ਲਿਆ ਕਿ ਉਹ ਆਪਣਾ ਨਵਾਂ ਰਾਹ ਅਖਤਿਆਰ ਕਰੇਗਾ। ਪਰ ਇਹ ਨਵਾਂ ਰਾਹ ਅਖਤਿਆਰ ਕਰਨ 'ਤੇ ਵੀ ਉਹ ਉਸੇ ਪੁਰਾਣੇ ਰਾਹ 'ਤੇ ਅਗਰਸਰ ਰਿਹਾ। ਇਹ ਰਾਹ ਕੁਝ ਮੋੜਾਂ ਦੇ ਬਾਅਦ ਹੀ ਉਹਨੂੰ ਉਸੇ ਪੁਰਾਣੇ ਰਸਤੇ 'ਤੇ ਲੈ ਗਿਆ ਜਿਸ 'ਤੇ ਉਹ ਇੱਕ ਅਰਸੇ ਤੋਂ ਚੱਲ ਰਿਹਾ ਸੀ। ਜਦੋਂ ਉਹਨੂੰ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਹਨੇ ਸੋਚਿਆ ਕਿ ਜ਼ਿੰਦਗੀ ਖੁਦ ਰਸਤੇ ਬਣਾਉਂਦੀ ਏ, ਰਸਤੇ ਜ਼ਿੰਦਗੀ ਨਹੀਂ ਬਣਾਉਂਦੇ। ਇਸ ਲਈ ਇਸ ਖਿਆਲ 'ਤੇ ਜ਼ਿਆਦਾ ਸੋਚ ਵਿਚਾਰ ਕੀਤੇ ਬਿਨਾਂ ਉਹ ਚੱਲਦਾ ਰਿਹਾ।
ਚਲਦੇ ਚਲਦੇ ਉਹਦਾ ਰਾਜੇ ਨਾਲ ਸਾਹਮਣਾ ਹੋ ਗਿਆ, ਰਾਜੋ ਨਾਲ ਸਾਹਮਣਾ ਹੋ ਗਿਆ। ਉਹ ਤੋਂ ਆਪਣਾ ਦਾਮਨ ਬਚਾ ਕੇ ਉਹ ਭੱਜਿਆ ਤਾਂ ਲਾਹੌਰ 'ਚ ਮਿਸ ਫਰੀਆ ਨਾਲ ਅਚਾਨਕ ਮੁਲਾਕਾਤ ਹੋ ਗਈ। ਉਹਨੂੰ ਇੰਝ ਮਹਿਸੂਸ ਹੋਣ ਲੱਗਾ ਕਿ ਉਸ ਐਂਗਲੋ ਇੰਡੀਅਨ ਲੜਕੀ ਦੇ ਲਈ ਉਹਨੂੰ ਆਪਣਾ ਸਫ਼ਰ ਕੁਝ ਦਿਨਾਂ ਲਈ ਮੁਲਤਵੀ ਕਰਨਾ ਪਏਗਾ। ਮਿਸ ਫਰੀਆ ਨਾਲ ਮੁਹੱਬਤ ਕਰਨ ਦਾ ਖਿਆਲ ਫਜ਼ੂਲ ਸੀ, ਕਿਉਂਕਿ ਉਸਨੂੰ ਇਸ ਨਜ਼ਰੀਏ ਤੋਂ ਦੇਖਣ ਦਾ ਖਿਆਲ ਹੀ ਉਹਦੇ ਦਿਮਾਗ 'ਚ ਪੈਦਾ ਨਹੀਂ ਸੀ ਹੁੰਦਾ। ਫਰੀਆ ਖੂਬਸੂਰਤ ਸੀ, ਉਸ 'ਚੋਂ ਸਾਰੀਆਂ ਖੂਬੀਆਂ ਸਨ ਜਿਹੜੀਆਂ ਮਰਦਾਂ ਦੀਆਂ ਖਾਸ ਇੱਛਾਵਾਂ ਪੂਰੀਆਂ ਕਰ ਸਕਦੀਆਂ। ਇਹ ਤੋਂ ਇਲਾਵਾ ਇੱਕ ਅਜਿਹੇ ਸਲੀਕੇ ਦੀ ਮਾਲਕ ਸੀ ਜੋ ਸਈਦ ਦੇ ਸੋਝ ਪ੍ਰੇਮੀ ਸੁਭਾਅ ਦੇ ਬਿਲਕੁਲ ਅਨੁਕੂਲ ਸੀ, ਜਦਕਿ ਹਾਲਾਤ ਨੇ ਇਹਨਾਂ ਦੋਵਾਂ ਨੂੰ ਇੱਕ ਦੂਜੇ ਦੇ ਬਿਲਕੁਲ ਕੋਲ ਲਿਆ ਖੜਾ ਕੀਤਾ ਸੀ। ਸਈਦ ਦੇ ਦਿਲ 'ਚ ਇੱਛਾ ਪੈਦਾ ਹੋ ਰਹੀ ਸੀ ਕਿ ਉਹ ਫਰੀਆ ਨੂੰ ਛੂਹ ਕੇ ਦੇਖੇ। ਉਹਨੂੰ ਸਮਝਣ ਤੇ ਉਹਦੀ ਜ਼ਿੰਦਗੀ ਬਾਰੇ ਜਾਣਨ ਦਾ ਖਿਆਲ ਉਹਦੇ ਦਿਮਾਗ 'ਚ ਪੈਦਾ ਨਹੀਂ ਸੀ ਹੋਇਆ। ਦੇਖੋ ਮਿਸ ਫਰੀਆ, ਉਹਨੇ ਇਰਾਦਾ ਕਰਕੇ ਆਪਣਾ ਉਦੇਸ਼ ਗੋਲਮੋਲ ਤਰੀਕੇ ਨਾਲ ਜ਼ਾਹਰ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ। ਦੇਖੋ, ਪਰ ਉਹ ਕੁਝ ਆਖ ਨਾ ਸਕਿਆ। ਇਸ ਤੇ ਫਰੀਆ ਨੇ ਉਹਨੂੰ ਕਿਹਾ ਕਿ ਤੁਸੀਂ ਕੁਝ ਕਹਿੰਦੇ ਕਹਿੰਦੇ ਰੁਕ ਕਿਉਂ ਜਾਂਦੇ ਹੋ? ਕਹੋ ਜੋ ਕੁਝ ਤੁਸੀਂ ਕਹਿਣਾ ਹੈ, ਕਹੋ। ਮੈਂ ਆਖ ਨਹੀਂ ਸਕਦਾ, ਸ਼ਬਦ ਮੇਰੀ ਜ਼ੁਬਾਨ 'ਤੇ ਆਉਂਦੇ ਨੇ ਤੇ ਫਿਰ ਅੰਦਰ ਫਿਸਲ ਜਾਂਦੇ ਨੇ। ਮੇਰੀ ਇਹ ਕਮਜ਼ੋਰੀ ਕਦੇ ਦੂਰ ਨਹੀਂ ਹੋਣੀ। ਮੈਂ ਕੁਝ ਵੀ ਆਖਣਾ ਨਹੀਂ ਚਾਹੁੰਦਾ। ਇਹ ਤਾਂ ਹੋਰ ਵੀ ਮਾੜਾ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੇ ਫਿਰ ਕੁਝ ਕਹਿਣਾ ਵੀ ਨਹੀਂ ਚਾਹੁੰਦੇ। ਆਖਰ ਇਹ ਕੀ ਮੁਸੀਬਤ ਹੈ? ਮੈਂ ਤੈਨੂੰ ਕਈ ਵਾਰ ਆਖ ਚੁੱਕਾ, ਮੈਂ ਅਜਿਹੀ ਫਿਜ਼ਾ 'ਚ ਪਲਿਆ ਜਿੱਥੇ ਬੋਲਣ ਦੀ ਆਜ਼ਾਦੀ ਤੇ ਵਿਚਾਰਾਂ ਨੂੰ ਜ਼ਾਹਿਰ ਕਰਨ ਦੀ ਆਜ਼ਾਦੀ ਨੂੰ ਬਦਤਮੀਜ਼ੀ ਸਮਝਿਆ ਜਾਂਦਾ ਹੈ, ਜਿੱਥੇ ਸੱਚੀ ਗੱਲ ਆਖਣ ਵਾਲਾ ਬੇਅਦਬ ਸਮਝਿਆ ਜਾਂਦਾ ਹੈ, ਜਿੱਥੇ ਆਪਣੀਆਂ ਇੱਛਾਵਾਂ ਨੂੰ ਦਬਾਉਣਾ ਬੜਾ ਵੱਡਾ ਪੁੰਨ ਮੰਨਿਆ ਜਾਂਦਾ ਹੈ। ਇਸ 'ਚ ਮੇਰਾ ਕੀ ਕਸੂਰ ਹੈ? ਮੈਂ ਤੈਨੂੰ ਹੋਰ ਕੀ ਆਖਾਂ? ਤੂੰ ਖੂਬਸੂਰਤ ਏ, ਤੇਰੀਆਂ ਗੱਲਾਂ ਮੈਨੂੰ ਚੰਗੀਆਂ ਲੱਗਦੀਆਂ ਨੇ, ਮੈਂ ਵੀ ਮਾੜਾ ਨਹੀਂ, ਪਰ ਫਿਰ ਇਹ ਤੇਰੇ ਚੁੰਮਣ, ਇਹ ਤੇਰਾ ਚੁੰਮਣ ਹਾਲੇ ਤੱਕ ਮੇਰੇ ਹੋਠਾਂ 'ਤੇ ਚੱਲ ਰਿਹਾ ਹੈ। ਕੀ ਇਹ ਹਮੇਸ਼ਾ ਇਵੇਂ ਹੀ ਚੱਲਦਾ ਰਹੇਗਾ? ਫਰੀਆ ਨੇ ਉਸ ਵੱਲ ਵਿਅੰਗ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਬੜੀ ਸੰਜੀਦਗੀ ਨਾਲ ਕਿਹਾ, ਇੱਕ ਹੋਰ ਚੁੰਮਣ ਤੁਹਾਡੇ ਹੋਠਾਂ 'ਤੇ ਚਲਾਵਾਂ? 2 ਹੋ ਜਾਣਗੇ ਤਾਂ ਚੰਗਾ ਰਹੇਗਾ। ਇਹ ਸੁਣ ਕੇ ਸਈਦ ਨੇ ਥੋੜ੍ਹੀ ਦੇਰ ਲਈ ਸੋਚਿਆ ਤੇ ਕਿਹਾ, ਮਿਸ ਫਰੀਆ, ਮੈਂ ਤੈਥੋਂ ਇੱਕ ਗੱਲ ਪੁੱਛਾਂ? ਬੜੇ ਸ਼ੌਕ ਨਾਲ। 1 ਦੇ ਬਦਲੇ 2 ਪੁੱਛੋ, 3 ਪੁੱਛੋ ਤੇ ਚਾਹੋ ਤਾਂ ਪੁੱਛਦੇ ਜਾਓ। ਮੈਂ ਪੁੱਛਦਾ, ਕੀ ਤੇਰੇ ਨਾਲ ਮੁਹੱਬਤ ਕਰਨੀ ਜ਼ਰੂਰੀ ਹੈ? ਯਾਨੀ ਕੀ ਤੇਰੇ ਨਾਲ ਮੁਹੱਬਤ ਕੀਤੇ ਬਿਨਾਂ ਦੋਸਤੀ ਨਹੀਂ ਹੋ ਸਕਦੀ? ਤੁਹਾਡਾ ਇਹ ਸਵਾਲ ਬੜਾ ਅਜੀਬੋ-ਗਰੀਬ ਹੈ। ਮੁਹੱਬਤ ਦੇ ਬਿਨਾਂ ਦੋਸਤੀ ਕਿਵੇਂ ਹੋ ਸਕਦੀ ਹੈ? ਤੇ ਦੋਸਤੀ ਦੇ ਬਿਨਾਂ ਮੁਹੱਬਤ ਵੀ ਤਾਂ ਨਹੀਂ ਕੀਤੀ ਜਾ ਸਕਦੀ। ਤੁਸੀਂ ਉਲਝਣਾਂ 'ਚ ਖਾਮਖਾ ਫਸ ਰਹੇ ਹੋ। ਇਹ ਕਹਿੰਦਿਆਂ ਉਹਦੀਆਂ ਗੱਲਾਂ ਲਾਲ ਸੁਰਖ ਹੋ ਗਈਆਂ। ਮੈਂ ਤਾਂ ਕਦੇ ਅਜਿਹੀਆਂ ਗੱਲਾਂ 'ਤੇ ਧਿਆਨ ਹੀ ਨਹੀਂ ਦਿੱਤਾ, ਤੇ ਅਜਿਹੀਆਂ ਗੱਲਾਂ 'ਤੇ ਧਿਆਨ ਦਿੰਦਾ ਹੀ ਕੌਣ ਹੈ? ਸੋਚ ਵਿਚਾਰ ਦੇ ਲਈ ਹੋਰ ਥੋੜ੍ਹੀਆਂ ਗੱਲਾਂ ਨੇ। ਫਰੀਆ, ਮੈਂ ਇੱਕ ਨਵੀਂ ਦੁਨੀਆ ਦੀ ਸਰਹੱਦ 'ਤੇ ਖੜ੍ਹਾ। ਉਹਦੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਮੈਂ ਬਹੁਤ ਕੁਝ ਸੋਚਣਾ ਚਾਹੁੰਦਾ, ਪਰ ਅਜੀਬ ਮੁਸੀਬਤ ਹੈ ਕਿ ਸੋਚ ਹੀ ਨਹੀਂ ਸਕਦਾ। ਪਰ ਮੈਂ ਸੋਚਣਾ ਜ਼ਰੂਰ ਹੈ, ਇਹਦੇ ਬਿਨਾਂ ਗੁਜ਼ਾਰਾ ਨਹੀਂ ਹੋਣਾ। ਫਰੀਆ ਦੀਆਂ ਗੱਲਾਂ ਹੋਰ ਵੀ ਲਾਲ ਹੋ ਗਈਆਂ। ਤੁਸੀਂ ਬਿਲਕੁਲ ਸੱਚੇ ਹੋ, ਉਹਦੇ ਬਗੈਰ ਹੀ ਚੰਗੀ ਤਰ੍ਹਾਂ ਗੁਜ਼ਾਰਾ ਹੋ ਸਕੇਗਾ। ਤੁਸੀਂ ਆਖਰ ਤੁਸੀਂ ਚਾਹੁੰਦੇ ਕੀ ਹੋ? ਫਰੀਆ ਦੇ ਸਵਾਲ ਨੇ ਸਈਦ ਨੂੰ ਪਰੇਸ਼ਾਨ ਕਰ ਦਿੱਤਾ। ਮੈਂ ਕੀ ਚਾਹੁੰਦਾ? ਮੈਂ ਚਾਹੁੰਦਾ ਕਿ ਤੂੰ ਮੇਰੇ ਕੋਲ ਰਹੀਂ। ਇਹ ਆਖ ਕੇ ਸਈਦ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਉਹਦਾ ਸੀਨਾ ਇੱਕਦਮ ਖਾਲੀ ਹੋ ਗਿਆ ਹੋਵੇ, ਜਿਵੇਂ ਮੋਟਰ ਦੇ ਟਾਇਰ 'ਚੋਂ ਹਵਾ ਨਿਕਲ ਗਈ ਹੋਵੇ। ਇਸ ਲਈ ਘਬਰਾਹਟ ਦੀ ਹਾਲਤ 'ਚ ਉੱਠਿਆ ਤੇ ਕਾਹਲੀ ਨਾਲ ਕਮਰੇ ਤੋਂ ਬਾਹਰ ਚਲਾ ਗਿਆ। ਫਰੀਆ ਬੈਠੀ ਰਹੀ। ਉਹਦਾ ਖਿਆਲ ਸੀ ਉਹ ਫੌਰਨ ਹੀ ਪਰਤ ਆਏਗਾ, ਪਰ ਜਦੋਂ 10-15 ਮਿੰਟ ਬੀਤ ਗਏ ਤਾਂ ਉਹਨੇ ਉੱਠ ਕੇ ਬਾਹਰ ਬਾਲਕਨੀ 'ਚ ਦੇਖਿਆ, ਉੱਥੇ ਕੋਈ ਵੀ ਨਹੀਂ ਸੀ। ਥੱਲੇ ਬਾਜ਼ਾਰ 'ਚ ਨਜ਼ਰ ਮਾਰੀ, ਉੱਥੇ ਵੀ ਸਈਦ ਨਜ਼ਰ ਨਾ ਆਇਆ। ਫਰੀਆ ਨੂੰ ਹੈਰਾਨੀ ਹੋਈ ਕਿ ਉਹਨੂੰ ਇਕੱਲਾ ਛੱਡ ਕੇ ਆਖਰ ਉਹ ਕਿੱਥੇ ਦੌੜ ਗਿਆ। ਵਾਪਸ ਕਮਰੇ 'ਚ ਆ ਕੇ ਉਹਦੀ ਉਡੀਕ ਕਰਨ ਲੱਗੀ। ਹਿੰਮਤ ਤੋਂ ਕੰਮ ਲੈ ਕੇ ਸ਼ਾਮ ਨੂੰ ਜਦੋਂ ਸਈਦ ਵਾਪਸ ਮੁੜਿਆ ਤੇ ਕਮਰੇ 'ਚ ਵੜਨ ਲੱਗਾ, ਬੂਹਾ ਬੰਦ ਸੀ। ਉਹਨੇ ਹੌਲੀ ਜਿਹੀ ਦਸਤਕ ਦਿੱਤੀ। ਥੋੜ੍ਹੀ ਦੇਰ ਬਾਅਦ ਬੂਹਾ ਖੁੱਲ੍ਹਿਆ, ਅੰਦਰ ਵੜਿਆ ਤਾਂ ਫਰੀਆ ਨੇ ਇੱਕਦਮ ਬੂਹਾ ਭੇੜ ਦਿੱਤਾ ਤੇ ਕਿਹਾ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਇੰਨੀ ਦੇਰ ਬਾਅਦ ਘਰ ਵਾਪਸ ਆਇਓ। ਪਰ ਛੱਡੋ ਇਹਨਾਂ ਗੱਲਾਂ ਨੂੰ, ਦੱਸੋ ਕਿ ਹੁਣ ਕੀ ਖਾਵਾਂਗੇ ਤੇ ਕਿੱਥੇ ਖਾਵਾਂਗੇ? ਮੈਨੂੰ ਬੜੀ ਭੁੱਖ ਲੱਗੀ ਹੈ। ਉਹ ਜਵਾਬ 'ਚ ਫਰੀਆ ਨੂੰ ਕੁਝ ਕਹਿਣ ਹੀ ਲੱਗਾ ਸੀ ਕਿ ਉਹਦੀਆਂ ਨਜ਼ਰਾਂ ਲੋਹੇ ਦੀ ਮੰਜੀ 'ਤੇ ਪਈਆਂ। ਬਿਸਤਰਾ ਵਿਛਿਆ ਹੋਇਆ ਸੀ, ਸਿਰਹਾਣੇ ਪਏ ਸਨ। ਸਿਰਹਾਣਿਆਂ ਦੇ ਲਾਗੇ ਉਹਦਾ ਉਹ ਨਾਵਲ ਪਿਆ ਸੀ ਜਿਹੜਾ ਉਹਨੇ ਹਾਲੇ ਤੱਕ ਸਿਰਫ ਅੱਧਾ ਹੀ ਪੜ੍ਹਿਆ ਸੀ। ਉਹਦੇ ਚਾਰੋਂ ਜੁੱਤੇ ਬੜੇ ਸਲੀਕੇ ਨਾਲ ਇੱਕ ਕਤਾਰ 'ਚ ਮੰਜੀ 'ਤੇ ਹੇਠਾਂ ਰੱਖੇ ਸਨ। ਚਮੜੇ ਦੇ ਟਰੰਕ ਘਸੀਟ ਕੇ ਕੋਨੇ 'ਚ ਰੱਖ ਦਿੱਤੇ ਗਏ ਸਨ ਤੇ ਸਾਹਮਣੇ ਖਿੜਕੀ ਦੀ ਬੰਨੀ 'ਤੇ ਉਹਦਾ ਟਾਈਮ ਪੀਸ ਪਿਆ ਸੀ। ਇੱਧਰ ਸੱਜੇ ਪਾਸੇ ਜਿਹੜਾ ਗੁਸਲਖਾਨਾ ਸੀ, ਉਹਦਾ ਦਰਵਾਜ਼ਾ ਖੁੱਲ੍ਹਾ ਸੀ। ਉਹਨੇ ਦੇਖਿਆ ਕਿ ਸਟੈਂਡ 'ਤੇ ਤੌਲੀਆ ਲਟਕ ਰਿਹਾ। ਉਹਨੂੰ ਇੰਝ ਮਹਿਸੂਸ ਹੋਇਆ ਜਿਵੇਂ ਇੱਕ ਲੰਮੇ ਅਰਸੇ ਤੋਂ ਉਹ ਇਸ ਕਮਰੇ 'ਚ ਰਹਿੰਦਾ ਹੈ ਤੇ ਫਰੀਆ ਨੂੰ ਉਹ ਕਾਫੀ ਸਮੇਂ ਤੋਂ ਜਾਣਦਾ ਹੈ। ਉਹਨੂੰ ਇਸ ਅਹਿਸਾਸ ਨੇ ਬੜੀ ਰਾਹਤ ਪਹੁੰਚਾਈ। ਖੁਸ਼ ਹੋ ਕੇ ਸਈਦ ਨੇ ਕਿਹਾ, ਫਰੀਆ ਵੀ ਇੱਕ ਗੱਲ ਦੀ ਕਮੀ ਤਾਂ ਰਹਿ ਗਈ।
ਉਧਰ ਜੰਗਲੇ ਤੇ ਤੇਰੀਆਂ ਧੋਤੀਆਂ ਹੋਈਆਂ ਬਨੈਨਾਂ ਲਟਕਣੀਆਂ ਚਾਹੀਦੀਆਂ ਨੇ ਤੇ ਨਾਲ ਵਾਲਾ ਕਮਰਾ ਖਾਲੀ ਪਿਆ ਹੈ, ਉੱਥੇ ਤੇਰਾ ਸ਼ਿੰਗਾਰ ਮੇਜ਼ ਹੋਣਾ ਚਾਹੀਦਾ ਹੈ ਤੇ ਉਸ ਤੇ ਪਾਊਡਰ ਤੇ ਕਰੀਮਾਂ ਦੇ ਡੱਬੇ ਹੋਣੇ ਚਾਹੀਦੇ ਨੇ ਤੇ ਜੇਕਰ ਇੱਕ ਭੰਗੂੜਾ ਵੀ ਆ ਜਾਏ ਤਾਂ ਹਰਜੀ ਕੀ ਹੈ? ਵਾਹ ਅੱਲਾ, ਪੂਰਾ ਟੱਬਰ ਹੀ ਜਮ੍ਹਾਂ ਹੋ ਜਾਏ ਤੇ ਮੈਂ ਪਰ ਜ਼ਰੂਰਤ ਤੋਂ ਜ਼ਿਆਦਾ ਤੇ ਨਹੀਂ ਆਖ ਦਿੱਤਾ। ਫਰੀਆ ਨੇ ਅੱਗੇ ਵੱਧ ਕੇ ਉਹਦੇ ਗਲ ਦੁਆਲੇ ਬਾਹਾਂ ਪਾ ਦਿੱਤੀਆਂ। ਤੁਸੀਂ ਬੇਕਾਰ ਦੀਆਂ ਗੱਲਾਂ ਨੂੰ ਆਪਣੇ ਦਿਮਾਗ 'ਚ ਥਾਂ ਨਾ ਦਿਆ ਕਰੋ। ਨਾਲ ਵਾਲਾ ਕਮਰਾ ਕੱਲ੍ਹ ਹੀ ਲੈ ਲੈਣਾ ਚਾਹੀਦਾ ਹੈ। ਸ਼ਿੰਗਾਰ ਮੇਜ਼ ਵੀ ਰਹੇ, ਪਰ ਇੱਕ ਭੰਗੂੜੇ ਦੀ ਗੱਲ ਗਲਤ ਹੈ। ਮੈਨੂੰ ਇੰਨੀ ਛੇਤੀ ਪੂਰੀ ਔਰਤ ਬਣਨ ਦੀ ਇੱਛਾ ਨਹੀਂ। ਮੇਰਾ ਖਿਆਲ ਹੈ ਤੁਸੀਂ ਬਾਪ ਬਣਨ ਦੇ ਕਾਬਿਲ ਵੀ ਨਹੀਂ ਹੋ। ਪਰ ਖਾਣਾ ਖਾਣ ਬਾਰੇ ਤੁਹਾਡਾ ਕੀ ਵਿਚਾਰ ਹੈ? ਮੈਂ ਆਖਦੀ ਹਾਂ ਉੱਥੇ ਹੋਟਲ 'ਚ ਆਖਰੀ ਡਿਨਰ ਕੀਤਾ ਜਾਏ ਤੇ ਕਿਰਾਇਆ ਵਿਰਾਇਆ ਚੁਕਤਾ ਕਰਕੇ ਮੈਂ ਆਪਣਾ ਸਮਾਨ ਵੀ ਇੱਥੇ ਹੀ ਲੈ ਆਵਾਂ। ਇਹ ਸੁਣ ਕੇ ਸਈਦ ਘਬਰਾਇਆ। ਫਰੀਆ ਦੀਆਂ ਬਾਹਾਂ ਹਟਾਉਂਦੇ ਹੋਏ ਉਹਨੇ ਕਿਹਾ, ਪਰ ਇਸ ਕਮਰੇ 'ਚ 2 ਅਲਮਾਰੀਆਂ ਦੀ ਥਾਂ ਕਿੱਥੇ ਹੈ? ਛੱਡੋ ਜੀ, ਫਰੀਆ ਨੇ ਆਪਣਾ ਹੈਂਡਬੈਗ ਖੋਲ੍ਹ ਕੇ ਗੱਲਾਂ ਤੇ ਪਾਊਡਰ ਲਾਉਂਦਿਆਂ ਕਿਹਾ, ਦੇਖੀ ਜਾਏਗੀ। ਇਸ ਕਮਰੇ 'ਚ ਤਾਂ 1 ਦਰਜਨ ਮਰੀਜ਼ ਸਮਾ ਸਕਦੇ ਨੇ ਤੇ ਅਸੀਂ ਤਾਂ ਸਿਰਫ 2 ਹਾਂ। ਦਰਅਸਲ ਤੁਸੀਂ ਬਿਲਕੁਲ ਉਹ ਹੋ, ਤੁਹਾਨੂੰ ਕੁਝ ਪਤਾ ਨਹੀਂ ਕਿ ਘਰ-ਬਾਰ ਕਿਵੇਂ ਚਲਾਇਆ ਜਾਂਦਾ ਹੈ। ਚਲੋ ਹੁਣ ਬਾਹਰ ਚੱਲੀਏ। ਧੰਨਵਾਦ।